ਵਾਹਿਗੁਰੂ ਜੀ। ਸ਼ਲੋਕ ਮਹਿਲਾ ਪਹਿਲਾ। ਦੁੱਖ ਵਿੱਚ ਜੰਮਣ ਦੁੱਖ ਮਰਨ, ਦੁੱਖ ਵਰਤਣ ਸੰਸਾਰ। ਦੁੱਖ ਦੁੱਖ ਅੱਗੇ ਆਖੀਐ, ਪੜ ਪੜ ਕਰਹਿ ਪੁਕਾਰ। ਦੁੱਖ ਵਿੱਚ ਜੰਮਣ ਦੁੱਖ ਮਰਨ, ਦੁੱਖ ਵਰਤਣ ਸੰਸਾਰ। ਦੁੱਖ ਦੁੱਖ ਅੱਗੇ ਆਖੀਐ, ਪੜ ਪੜ ਕਰਹਿ ਪੁਕਾਰ। ਦੁੱਖ ਕੀਆਂ ਪੰਡਾਂ ਖੁੱਲੀਆਂ, ਸੁਖ ਨਾ ਨਿਕਲਿਓ ਕੋਏ। ਦੁੱਖ ਵਿੱਚ ਜਿਉ ਜਲਾਇਆ, ਦੁਖੀਆ ਚਲਿਆ ਰੋਏ। ਨਾਨਕ ਸਿਫਤੀ ਰਤਿਆਂ, ਮਨ ਤਨ ਹਰਿਆ ਹੋਏ। ਦੁੱਖ ਕੀਆਂ ਅੱਗੀ ਮਾਰੀਐ, ਪੀ ਦੁੱਖ ਦਾਰੂ ਹੋਏ। ਮਹਿਲਾ ਪਹਿਲਾ। ਨਾਨਕ ਦੁਨੀਆ ਭਸ ਰੰਗ, ਪਸੂ ਹੂੰ ਭਸ ਖੇ। ਪਸੋ ਭਸ ਕਮਾਵਣੀ, ਪੀ ਭਸ ਭਰੀਐ ਦੇਹ। ਜਾਂ ਜੀਉ ਵਿੱਚੋਂ ਕੱਢੀਐ, ਪਸੂ ਭਰਿਆ ਜਾਏ। ਅੱਗੇ ਲੇਖੈ ਮੰਗੀਐ, ਹੋਰ ਦਸੂਣੀ ਪਾਏ। ਪੌੜੀ। ਨਾਏ ਸੁਣੀਐ ਸੁਚ ਸੰਜਮੋ, ਜਮ ਨੇੜ ਨ ਆਵੈ। ਨਾਏ ਸੁਣੀਐ ਘਟ ਚਾਨਣਾ, ਆਨੇਰ ਗਵਾਵੈ। ਨਾਏ ਸੁਣੀਐ ਆਪ ਬੂਝੀਐ, ਲਾਹਾ ਨਾਉ ਪਾਵੈ। ਨਾਏ ਸੁਣੀਐ ਪਾਪ ਕੱਟੀਐ, ਨਿਰਮਲ ਸੱਚ ਪਾਵੈ। ਨਾਨਕ ਨਾਏ ਸੁਣੀਐ ਮੁਖ ਉਜਲੇ, ਨਾਉ ਗੁਰਮੁਖ ਧਿਆਵੈ। ਨਾਨਕ ਨਾਏ ਸੁਣੀਐ ਮੁਖ ਉਜਲੇ, ਨਾਉ ਗੁਰਮੁਖ ਧਿਆਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ, ਜੁਗੋ ਜੁਗ ਅਟਲ ਸਰਬ ਕਲਾ ਸਮਰੱਥ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਪਰਮ ਸਤਿਕਾਰਯੋਗ ਵਡਭਾਗੀ ਗੁਰੂ ਸਵਾਰੀ ਸਤਸੰਗੀ ਜਨੋ, ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਗੁਰਬਾਣੀ ਕੀਰਤਨ ਦਾ ਆਨੰਦ ਆਪ ਜੀ ਨੇ ਮਾਣਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਜੋ ਆਪ ਜੀ ਹਰ ਰੋਜ਼ ਸਰਵਣ ਕਰਦੇ ਹੋ, ਉਸ ਦੇ ਨਾਲ ਸੰਬੰਧਿਤ ਗੁਰੂ ਕੇ ਇਹ ਪਾਵਨ ਬਚਨ ਸਾਰੰਗ ਰਾਗ ਦੀ ਵਾਰ ਵਿੱਚੋਂ ਆਪ ਜੀ ਸਰਵਣ ਕਰ ਰਹੇ ਸੀ।
ਇਹ ਵਾਰ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਖਸ਼ਿਸ਼ ਕੀਤੀ ਹੋਈ ਹੈ। ਵਾਰ ਦੀ ਇਹ 8ਵੀਂ ਪੌੜੀ ਆਪ ਜੀ ਸ਼ਰਵਣ ਕਰ ਰਹੇ ਸੀ। ਵਾਰ ਦਾ ਮੂਲ ਰੂਪ ਜੋ ਹੈ ਉਹ ਪੌੜੀ ਹੀ ਹੁੰਦਾ ਹੈ। ਨਾਲ ਸ਼ਲੋਕ ਸਤਿਗੁਰੂ ਜੀ ਨੇ ਅੰਕਿਤ ਕਰ ਦਿੱਤੇ ਜੋ ਭਾਵ ਨਾਲ ਮਿਲਦੇ ਨੇ। ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਇਸ ਪਵਿੱਤਰ ਪੌੜੀ ਦੇ ਅੰਦਰ ਨਾਮ ਦੀ ਮਹਿਮਾ ਗਾਇਨ ਕਰ ਰਹੇ ਨੇ। ਜਿਵੇਂ ਸਤਿਗੁਰੂ ਜੀ ਨੇ ਜਪਜੀ ਸਾਹਿਬ ਜੀ ਵਿੱਚ 4 ਪੌੜੀਆਂ ਉਚਾਰਨ ਕੀਤੀਆਂ ਨੇ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬੈ ਕਰਨ ਵਿਚਾਰ। 4 ਪੌੜੀਆਂ ਉੱਥੇ ਨੇ। ਇਸ ਥਾਂ ਤੇ ਵੀ ਤਕਰੀਬਨ ਸਤਿਗੁਰੂ ਜੀ ਨੇ 8 ਕੁ ਪੌੜੀਆਂ ਦੇ ਅੰਦਰ ਨਾਮ ਦੀ ਮਹਿਮਾ ਗਾਇਨ ਕੀਤੀ ਹੈ। ਵੈਸੇ ਤੇ ਗੁਰਬਾਣੀ ਵਿੱਚ ਸਾਰੇ ਥਾਵਾਂ ਦੇ ਨਾਮ ਦੀ ਹੀ ਚਰਚਾ ਹੈ, ਪਰ ਇਹਨਾਂ ਪੌੜੀਆਂ 'ਚ ਉਚੇਚੇ ਤੌਰ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਾਮ ਦੀ ਵਡਿਆਈ ਕੀਤੀ ਹੈ। ਆਪ ਜੀ ਨੇ ਬਚਨ ਸਰਵਣ ਕੀਤੇ ਸਨ ਕਿ ਜੇ ਸਾਡੀ ਸੁਰਤ ਨਾਮ ਨਾਲ ਜੁੜ ਜਾਏ, ਮਨੁੱਖ ਨੂੰ ਸਾਰੀਆਂ ਬਰਕਤਾਂ ਮਿਲ ਸਕਦੀਆਂ ਨੇ। ਜੇ ਸੁਰਤ ਨਾਮ ਨਾਲ ਜੁੜ ਜਾਏ, ਸਾਰੀਆਂ ਸਿੱਧੀਆਂ ਕਾਮਯਾਬੀਆਂ ਮਿਲ ਜਾਂਦੀਆਂ ਨੇ, ਬਰਕਤਾਂ ਮਿਲ ਜਾਂਦੀਆਂ ਨੇ, ਨੌ ਨਿਧਾਂ ਮਿਲ ਜਾਂਦੀਆਂ ਨੇ, ਮਨੁੱਖ ਦੇ ਅੰਦਰ ਸੰਤੋਖ ਆ ਜਾਂਦਾ ਹੈ। ਗੁਰਬਾਣੀ ਦਾ ਇਹ ਫਰਮਾਨ ਹੈ ਕਿ ਸਭ ਕੁਝ ਨਾਮ ਦੇ ਰਾਹੀਂ ਬਣੇ ਹੈ। ਨਾਮ ਹੀ ਸਭ ਥਾਵਾਂ ਤੇ ਵਿਆਪਕ ਹੈ। ਨਾਮ ਕਰਕੇ ਅਸੀਂ ਜੀਉ ਰਹੇ ਹਾਂ। ਨਾਮ ਤੋਂ ਬਿਨਾਂ ਸਾਨੂੰ ਆਤਮਿਕ ਜੀਵਨ ਮਿਲ ਨਹੀਂ ਸਕਦਾ। ਸਾਡਾ ਇਸ ਧਰਤੀ ਤੇ ਆਉਣ ਦਾ ਸਬੱਬ ਵੀ ਨਾਮ ਹੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ ਕਿ ਜਨਮ ਲੈਣ ਤੋਂ ਪਹਿਲਾਂ ਹਰ ਪ੍ਰਾਣੀ ਜਿਹੜਾ ਉਹ ਵਾਹਿਗੁਰੂ ਜੀ ਦੇ ਨਾਮ ਨਾਲ ਜੁੜੇ ਹੈ। ਨਾਮ ਦਾ ਅਰਥ ਹੁੰਦਾ ਹੈ ਵਾਹਿਗੁਰੂ ਜੀ ਦੀ ਰਜ਼ਾ, ਵਾਹਿਗੁਰੂ ਜੀ ਦਾ ਪਿਆਰ। ਇਹ ਮਨਮਰਜ਼ੀ ਤੇ ਮਨੁੱਖ ਧਰਤੀ ਤੇ ਹੀ ਆ ਕੇ ਕਰਦਾ ਹੈ। ਜਿਉਂ-ਜਿਉਂ ਸਿਆਣਾ ਗਿਣਦਾ ਆਪਣੇ ਆਪ ਨੂੰ, ਤਿਉਂ-ਤਿਉਂ ਉਹ ਮਰਜ਼ੀ ਅਨੁਸਾਰ ਜਿਉਣਾ ਚਾਹੁੰਦਾ ਹੈ। ਲੇਕਿਨ ਜਨਮ ਤੋਂ ਪਹਿਲਾਂ ਤੇ ਮਨੁੱਖ ਦੀ ਕੋਈ ਮਰਜ਼ੀ ਨਹੀਂ ਹੈ। ਉਹ ਤੇ ਜਿੱਥੇ ਰੱਬ ਨੇ ਟਿਕਾਤਾ ਉੱਥੇ ਟਿਕਿਆ ਹੋਇਆ ਹੈ। ਗੁਰਬਾਣੀ ਕਹਿੰਦੀ ਹੈ ਕਿ ਮਨੁੱਖ ਦਾ ਇਸ ਧਰਤੀ ਤੇ ਆਉਣ ਦਾ ਕਾਰਨ ਹੀ ਨਾਮ ਹੈ। ਹਰ ਸਿਮਰਤ ਤੂੰ ਨਾ ਜਲੈ, ਮਨ ਤਨ ਉਰ ਤਾਰ। ਮਾਤ ਗਰ ਮੈਂ ਆਪਨ ਸਿਮਰਨ ਦੇ ਤਹਿ ਤੁਮ ਰਾਖਨ ਹਾਰੇ। ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇ ਅਸੀਂ ਮਾਤਾ ਕੇ ਉਦਰ ਵਿੱਚ ਅਗਨ ਤੋਂ ਅਸੀਂ ਨਾਮ ਸਦਕਾ ਬਚ ਸਕੇ ਹਾਂ। ਜੈਸੀ ਅਗੰਦਰ ਮੈਂ ਤੈਸੀ ਬਾਹਰ ਮਾਇਆ। ਜਿਵੇਂ ਸਾਡੇ ਉਦਰ ਵਿੱਚ ਅਗਨੀ ਹੈ, ਤਿਵੇਂ ਇਸ ਜਗਤ ਵਿੱਚ ਵੀ ਅੱਗ ਹੈ, ਮਾਇਆ ਦੀ ਅੱਗ। ਉਸ ਅੱਗ ਤੋਂ ਅਸੀਂ ਬਚੇ ਰਹੇ ਵਾਹਿਗੁਰੂ ਜੀ ਦੇ ਪਿਆਰ ਜੁੜ ਕੇ, ਜਾਂ ਐਵੇਂ ਕਹਿ ਲਓ ਕਿ ਸਿਸਟਮ ਵਿੱਚ ਕੁਦਰਤ ਦੀ ਇਹ ਰਚਨਾ ਬੜੀ ਬੇਅੰਤ ਹੈ। ਬਨਸਪਤੀ ਵਿੱਚ ਵੀ ਰੱਬ ਨੇ ਅੱਗ ਰੱਖੀ ਹੋਈ ਹੈ। ਉਹ ਅੱਗ ਬਨਸਪਤੀ ਨੂੰ ਸਾੜਦੀ ਨਹੀਂ ਹੈ। ਪਾਣੀ ਵਿੱਚ ਵੀ ਰੱਬ ਨੇ ਅੱਗ ਰੱਖੀ ਹੈ। ਇੱਕ ਬੜਵਾ ਨਲ ਹੁੰਦੀ ਹੈ ਜਿਹਨੂੰ ਪਾਣੀ ਦੀ ਅੱਗ ਕਿਹਾ ਜਾਂਦਾ ਹੈ। ਸਮੁੰਦਰ ਦੇ ਵਿੱਚ ਅੱਗ ਕਈ ਥਾਂ ਤੇ ਬਲ ਰਹੀ ਹੈ। ਬੱਦਲਾਂ ਦੇ ਵਿੱਚ ਅੱਗ ਕਿੰਨੀ ਭਿਆਨਕ ਬਿਜਲੀ ਹੈ। ਲੇਕਿਨ ਉਹ ਕਿਸੇ ਸਿਸਟਮ ਦੇ ਅੰਦਰ ਪ੍ਰਮਾਤਮਾ ਨੇ ਰੱਖੀ ਹੈ। ਮਾਇਆ ਵੀ ਇੱਕ ਅੱਗ ਹੈ, ਪਰ ਸਤਿਗੁਰੂ ਜੀ ਕਹਿੰਦੇ ਜੇ ਅਸੀਂ ਇੱਥੇ ਵੀ ਸਿਮਰਨ ਨਾਲ ਜੁੜ ਜਾਈਏ, ਭਾਵ ਰੱਬ ਦੀ ਰਜ਼ਾ 'ਚ ਆ ਜਾਈਏ, ਜੋ ਵਾਹਿਗੁਰੂ ਜੀ ਨੇ ਸਾਡੀ ਜ਼ਿੰਦਗੀ ਜਿਉਣ ਦਾ ਵਿਧੀ ਵਿਧਾਨ ਬਣਾਇਆ ਹੈ, ਮਰਜ਼ਾਦਾ ਬਣਾਈ ਹੈ, ਉਸ ਸੰਸਾਰ ਚੱਲੀਏ ਤੇ ਇਹ ਮਾਇਆ ਦੀ ਅੱਗ ਵੀ ਸਾਨੂੰ ਕੁਝ ਨਹੀਂ ਕਹਿ ਸਕੇਗੀ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਮੁੱਚੇ ਇਹਨਾਂ ਪੌੜੀਆਂ ਦੇ ਅੰਦਰ ਨਾਮ ਦੀ ਮਹਿਮਾ ਗਾਇਨ ਕਰਦੇ ਆ ਕਿ ਨਾਮ ਨਾਲ ਜੁੜ ਕੇ ਹੀ ਸੰਤੋਖ ਪੈਦਾ ਹੁੰਦਾ ਹੈ। ਨਾਮ ਨਾਲ ਜੁੜ ਕੇ ਮਾਇਆ ਮਨੁੱਖ ਦੀ ਸੇਵਕ ਬਣਦੀ ਹੈ। ਅੱਜ ਦੇ ਇਸ ਪਵਿੱਤਰ ਪੌੜੀ ਅੰਦਰ ਜਿੱਥੇ ਨਾਮ ਦੀ ਮਹਿਮਾ ਗਾਇਨ ਸਤਿਗੁਰੂ ਜੀ ਨੇ ਕੀਤੀ ਹੈ, ਗੁਰੂ ਕੇ 2 ਸ਼ਲੋਕ ਅੰਕਿਤ ਨੇ, ਜਿਨ੍ਹਾਂ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੱਲ ਦੁੱਖਾਂ ਦੀ ਕੀਤੀ ਹੈ। ਔਰ ਸਤਿਗੁਰੂ ਜੀ ਕਹਿੰਦੇ ਕਿ ਜਦੋਂ ਅਸੀਂ ਇਸ ਜਗਤ ਵਿੱਚ ਰਹਿ ਕੇ ਪਰਮਾਤਮਾ ਨਾਲ ਟੁੱਟਦੇ ਹਾਂ, ਕੇਵਲ ਮਾਇਆ ਨਾਲ ਜੁੜਦੇ ਹਾਂ, ਉਦੋਂ ਸਾਡੀ ਜ਼ਿੰਦਗੀ ਦੇ ਵਿੱਚ ਜੋ ਕੁਝ ਵੀ ਸਾਨੂੰ ਮਿਲਦਾ ਹੈ ਨਾ, ਉਹ ਸਵਾਹ ਤੋਂ ਜ਼ਿਆਦਾ ਨਹੀਂ ਹੈ। ਭਾਵ ਜਿਵੇਂ ਸਵਾਹ ਦੀ ਕੋਈ ਕੀਮਤ ਨਹੀਂ। ਜੋ ਕੁਝ ਅਸੀਂ ਇਕੱਤਰ ਕਰਦੇ, ਕੂੜ ਕੂੜੇ ਨੇਹੋ ਲੱਗਾ ਵਿਸਰਿਆ ਕਰਤਾਰ, ਸਭ ਕੁਝ ਨਾਸਵੰਤ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਰਹਿਮਤ
ਅੱਜ ਦੀ ਇਸ ਪਵਿੱਤਰ ਪੌੜੀ ਰਾਹੀਂ ਕਰਕੇ ਸਾਨੂੰ ਗਿਆਨ ਬਖਸ਼ਣਾ ਚਾਹੁੰਦੇ ਨੇ। ਆਓ ਆਪਾਂ ਮਿਲ ਕੇ ਗੁਰੂ ਕੇ ਇਹ ਪਵਿੱਤਰ ਬਚਨ ਸਰਵਣ ਕਰੀਏ, ਸਤਿਗੁਰੂ ਜੀ ਦੇ ਪਿਆਰ ਵਿੱਚ ਜੁੜਦੇ ਹਾਂ। ਮੁਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਿਲਾ ਪਹਿਲਾ। ਦੁੱਖ ਵਿੱਚ ਜੰਮਣ ਦੁੱਖ ਮਰਨ, ਦੁੱਖ ਵਰਤਣ ਸੰਸਾਰ। ਗੁਰੂ ਕੇ ਇਹ ਪਾਵਨ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1240 ਤੇ ਅੰਕਿਤ ਨੇ। ਦੋਵੇਂ ਸ਼ਲੋਕ ਗੁਰੂ ਨਾਨਕ ਸਾਹਿਬ ਜੀ ਦੇ ਨੇ। ਗੁਰੂ ਨਾਨਕ ਸਾਹਿਬ ਜੀ ਪਹਿਲੇ ਸ਼ਲੋਕ 'ਚ ਕਹਿ ਰਹੇ ਕਿ ਦੁੱਖ ਵਿੱਚ ਜੰਮਣ ਦੁੱਖ ਮਰਨ, ਦੁੱਖ ਵਰਤਣ ਸੰਸਾਰ। ਸਾਹਿਬ ਜੀ ਕਹਿੰਦੇ ਕਿ ਅਸੀਂ ਸੰਸਾਰੀ ਜੀਵ ਜਿਹੜੇ ਆ ਦੁੱਖ 'ਚ ਹੀ ਜੰਮਦੇ ਆ, ਕਿਉਂਕਿ ਮਨੁੱਖ ਨੇ ਜਨਮ ਨੂੰ ਵੀ ਦੁੱਖ ਗਿਣਿਆ। ਜਦੋਂ ਅਸੀਂ ਧਰਮ ਗ੍ਰੰਥਾਂ ਨੂੰ ਵੀ ਪੜ੍ਹਦੇ ਹਾਂ, ਵਿਦਵਾਨਾਂ ਦੀ ਗੱਲ ਪੜ੍ਹਦੇ ਹਾਂ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮੂਰ, ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਦਹਿਆਰ ਗਰਭ ਬਸੇਰਾ, ਇਹਨੂੰ ਵੀ ਦੁੱਖ ਗਿਣਿਆ। ਸਾਹਿਬ ਕਹਿੰਦੇ ਦੁੱਖ ਵਿੱਚ ਹੀ ਮਨੁੱਖ ਜਿਹੜਾ ਹੈ ਉਹ ਜਨਮ ਲੈਂਦਾ ਹੈ, ਦੁੱਖ ਵਿੱਚ ਹੀ ਮਨੁੱਖ ਜਿਹੜਾ ਹੈ ਉਹ ਮਰ ਜਾਂਦਾ ਹੈ। ਇਸ ਜ਼ਿੰਦਗੀ ਜਿੰਨਾ ਚਿਰ ਮਨੁੱਖ ਰਹਿੰਦਾ ਹੈ ਉਹਨੂੰ ਦੁੱਖ ਹੀ ਨਜ਼ਰ ਆਉਂਦਾ ਹੈ। ਕਿਤੇ ਵੀ ਅਸੀਂ ਨਜ਼ਰ ਮਾਰ ਲਈਏ ਕਿਸੇ ਵੀ ਪ੍ਰਾਣੀ ਵੱਲ, ਜਿੱਥੇ ਵੀ ਕੋਈ ਬੈਠਾ ਹੈ ਨਾ, ਹਰ ਬੰਦਾ ਬਹੁਤ ਵਿਰਲਾ ਕੋ ਭਾਗਾਂ ਵਾਲਾ ਜਿਹੜਾ ਸਾਨੂੰ ਪ੍ਰਸੰਨ ਨਜ਼ਰ ਆਏਗਾ, ਆਪਣੇ ਕੰਮ ਤੋਂ ਜਿਹੜਾ ਇਵੇਂ ਕਹਿ ਲਓ ਸੰਤੁਸ਼ਟ ਨਜ਼ਰ ਆਏਗਾ। ਨਹੀਂ ਤੇ ਹਰ ਬੰਦਾ ਜਿਹੜਾ ਹੈ ਉੱਥੇ ਆਪਣੀਆਂ ਕੋਈ ਨਾ ਕੋਈ ਪਰੇਸ਼ਾਨੀਆਂ ਗਣਾ ਹੀ ਦੇਵੇਗਾ। ਇਹ ਕੰਮ ਠੀਕ ਹੈ ਪਰ ਇਹ ਪਰੇਸ਼ਾਨੀ ਹੈ, ਇਹ ਪਰੇਸ਼ਾਨੀ ਹੈ। ਸਤਿਗੁਰੂ ਜੀ ਕਹਿੰਦੇ ਮਨੁੱਖ ਦੀ ਜਿੰਨੀ ਜ਼ਿੰਦਗੀ ਹੈ ਨਾ, ਇਹ ਦੁੱਖਾਂ ਵਿੱਚ ਹੀ ਗੁਜ਼ਰ ਜਾਂਦੀ ਹੈ। ਦੁੱਖ ਵਾਹਿਗੁਰੂ ਜੀ ਨੇ ਕੋਈ ਨਹੀਂ ਬਣਾਇਆ, ਦੁੱਖ ਹੀ ਮਨੁੱਖ ਦੀ ਸੋਚ ਵਿੱਚ ਹੈ, ਜਿਸ ਦੀ ਸਤਿਗੁਰੂ ਜੀ ਚਰਚਾ ਕਰ ਰਹੇ ਨੇ। ਗੁਰੂ ਸਾਹਿਬ ਜੀ ਕਹਿੰਦੇ ਦੁੱਖ ਦੁੱਖ ਅੱਗੇ ਆਖੀਐ, ਪੜ ਪੜ ਕਰਹਿ ਪੁਕਾਰ। ਹੁਣ ਆਮ ਕੋਈ ਬੰਦਾ ਜਿਹੜਾ ਬਹੁਤਾ ਪੜ੍ਹਿਆ ਨਹੀਂ ਹੈ, ਅਸੀਂ ਕਹਾਂਗੇ ਇਹ ਪੜ੍ਹਿਆ ਨਹੀਂ ਹੈ ਤਾਂ ਦੁਖੀ ਹੈ। ਤੇ ਸਤਿਗੁਰੂ ਜੀ ਕਹਿੰਦੇ ਪੜ੍ਹਿਆਂ ਦੀ ਜ਼ਿੰਦਗੀ ਦੇਖ ਲਓ ਤੁਸੀਂ। ਜਿੰਨੇ ਪੜ੍ਹੇ ਨੇ ਉਹ ਪੜ੍ਹੇ ਵੀ ਜਿਹੜੇ ਨੇ ਉਹ ਵੀ ਰੌਲਾ ਰੱਪਾ ਪਾਈ ਚਲੇ ਜਾਂਦੇ ਨੇ, ਪੜ੍ਹੇ ਵੀ ਜਿਹੜੇ ਨੇ ਉਹ ਹਾਲ ਪਾਰਿਆ ਕਰੀ ਬੈਠੇ ਨੇ। ਪੜ੍ਹੇ ਕਿਹੜੇ ਜਿਹੜੇ ਖੁਸ਼ ਨਜ਼ਰ ਆਉਂਦੇ ਨੇ। ਪੜ੍ਹਿਆਂ ਦੇ 100 ਅਲਾਮੇ ਤੁਹਾਨੂੰ ਨਜ਼ਰ ਆ ਜਾਣਗੇ, ਪੜ੍ਹੇ ਬੇਅੰਤ ਚਿੰਤਾਵਾਂ 'ਚ ਤੁਹਾਨੂੰ ਨਜ਼ਰ ਆ ਜਾਣਗੇ। ਔਰ ਗਰੀਬ ਬੰਦਾ ਜਿਹੜਾ ਹੁੰਦਾ ਨਾ, ਗਰੀਬ ਬੰਦਾ ਜਾਂ ਇਵੇਂ ਕਹਿ ਲਓ ਕਿਰਤੀ ਬੰਦਾ ਜਿਹਨੂੰ ਆਪਾਂ ਕਹਿੰਦੇ, ਕਿਰਤੀ ਬੰਦਾ ਜ਼ਿੰਦਗੀ ਦੇ ਵਿੱਚ ਕਦੀ ਨਿਰਾਸ਼ ਨਹੀਂ ਹੁੰਦਾ, ਜਿਵੇਂ ਕਹਿ ਲਓ ਨੈਗੇਟਿਵ ਨਹੀਂ ਹੁੰਦਾ, ਕਦੀ ਖੁਦਕਸ਼ੀ ਨਹੀਂ ਕਰਦਾ। ਕਿਰਤੀ ਬੰਦਾ ਆਮ ਜਿਹੜਾ ਗਰੀਬ ਬੰਦਾ ਹੈ, ਖੁਦਕਸ਼ੀ ਕਦੋਂ ਕਰਦਾ ਬੰਦਾ ਹੈ? ਬੜੇ ਬੜੇ ਤੁਸੀਂ ਦੇਖੋਗੇ ਪੜ੍ਹੇ ਲਿਖੇ ਜਿਹੜੇ ਨੇ ਡਿਪਰੈਸ਼ਨ ਚਲੇ ਜਾਂਦੇ ਨੇ, ਮਾਨਸਿਕ ਤੌਰ ਤੇ ਪਰੇਸ਼ਾਨ ਹੋ ਜਾਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਤੁਸੀਂ ਪੜ੍ਹਿਆਂ ਦੇ ਕੋਲ ਵੀ ਬੈਠੋਗੇ ਨਾ, ਪੜ੍ਹ ਪੜ੍ਹ ਕਰੇ ਪੁਕਾਰ। ਪੜ੍ਹੇ ਲੋਕ ਵੀ ਪੁਕਾਰਾਂ ਕਰੀ ਚਲੇ ਜਾਂਦੇ ਨੇ, ਦੁੱਖ ਸੁਣਾਈ ਚਲੇ ਜਾਂਦੇ ਨੇ। ਔਰ ਇੱਥੇ ਜੇ ਦੁੱਖ ਹੈ ਤੇ ਅੱਗੇ ਜਿਉਂ-ਜਿਉਂ ਚੱਲਾਂਗੇ, ਜਿਹਨੂੰ ਅਸੀਂ ਪਰਲੋਕ ਕਿਹਾ, ਉੱਥੇ ਵੀ ਸਾਨੂੰ ਦੁੱਖ ਹੀ ਮਿਲੇਗਾ। ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ। ਜਦੋਂ ਅਸੀਂ ਨਜ਼ਰ ਮਾਰਦੇ ਹਾਂ, ਹਰ ਮਨੁੱਖ ਦੇ ਕੋਲ ਦੁੱਖਾਂ ਦੀਆਂ ਤੇ ਪੰਡਾਂ ਹੀ ਭਰੀਆਂ ਪਈਆਂ ਨੇ, ਬੰਨੀਆਂ ਪਈਆਂ ਨੇ ਮਨੁੱਖ ਨੇ। ਦਰਅਸਲ ਮਨੁੱਖ ਨੇ ਦੁੱਖਾਂ ਨੂੰ ਜਫਾ ਜਿਹਾ ਹੀ ਮਾਰ ਲਿਆ। ਦੁੱਖਾਂ ਨੂੰ, ਚਿੰਤਾ ਨੂੰ ਮਨੁੱਖ ਛੱਡਣਾ ਹੀ ਨਹੀਂ ਚਾਹੁੰਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਦੋਂ ਤੁਸੀਂ ਇਹ ਮਨੁੱਖ ਦੀਆਂ ਪੰਡਾਂ ਖੋਲੋਗੇ ਨਾ, ਇਹਨਾਂ 'ਚੋਂ ਸੁੱਖ ਕੋਈ ਨਹੀਂ ਨਿਕਲਣਾ। ਦੁੱਖ ਕੀ ਚੀਜ਼ ਹੈ? ਸਤਿਗੁਰੂ ਜੀ ਅੱਗੇ ਕਹਿ ਰਹੇ ਨੇ ਕਿ ਦੁੱਖ ਵਿੱਚ ਜੀਉ ਜਲਾਇਆ, ਦੁਖੀ ਚਲਿਆ ਰੋਏ। ਇਹ ਮਨੁੱਖ ਦੁੱਖਾਂ ਵਿੱਚ ਪੈ ਕੇ ਅੰਦਰੋਂ ਸੜਦਾ ਰਹਿੰਦਾ, ਅੰਦਰੋਂ ਤਪਦਾ ਰਹਿੰਦਾ, ਦੁਖੀ ਰਹਿੰਦਾ। ਔਰ ਇੱਥੋਂ ਦੁਖੀ ਇਸ ਧਰਤੀ ਤੋਂ ਚਲਿਆ ਜਾਂਦਾ। ਜਨਮ ਤੋਂ ਲੈ ਕੇ ਸਾਰੀ ਜ਼ਿੰਦਗੀ ਮਰਨ ਤੱਕ ਮਨੁੱਖ ਦੁੱਖਾਂ ਦੀ ਹੀ ਚਰਚਾ ਕਰਦਾ ਰਹਿੰਦਾ, ਦੁੱਖਾਂ ਤੋਂ ਬਚਣ ਲਈ ਹੀ ਯਤਨ ਕਰਦਾ ਰਹਿੰਦਾ। ਨਾਨਕ ਸਿਵਤੀ ਰਤਿਆਂ, ਮਨ ਤਨ ਹਰਿਆ ਹੋਏ। ਸਤਿਗੁਰੂ ਸਾਹਿਬ ਜੀ ਕਹਿੰਦੇ ਆ ਜਿਹੜਾ ਸਾਡਾ ਜੀਓ, ਜਾਂ ਇਵੇਂ ਕਹਿ ਲਓ ਸਾਡੀ ਜਿੰਦ ਦੁੱਖਾਂ ਵਿੱਚ ਸੜ ਗਈ ਹੈ ਨਾ, ਤੇ ਦੁਖੀ ਅਸੀਂ ਇੱਥੋਂ ਚਲੇ ਜਾਂਦੇ ਹਾਂ। ਇਹਨਾਂ ਦੁੱਖਾਂ ਤੋਂ ਬਚਣ ਦਾ ਇੱਕ ਤਰੀਕਾ ਹੈ ਕਿ ਅਸੀਂ ਵਾਹਿਗੁਰੂ ਜੀ ਦੀ ਸਿਫਤ ਸਲਾਹ ਨਾਲ ਜੁੜ ਜਾਈਏ। ਹੁਣ ਵਾਹਿਗੁਰੂ ਜੀ ਦੀ ਸਿਫਤ ਸਲਾਹ ਦਾ ਕੀ ਅਰਥ ਹੈ ਕਿ ਇਕੱਲਾ ਅਸੀਂ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰਦੇ ਰਹੀਏ, ਸਿਫਤ ਸਲਾਹ ਹੈ? ਇਹ ਤੇ ਇੱਕ ਵਾਹਿਗੁਰੂ ਦੇ ਪਿਆਰ 'ਚ ਜੁੜਨ ਦਾ ਤਰੀਕਾ ਹੈ।
ਪਰ ਸਿਵਤ ਸਲਾਹ ਦਾ ਅਰਥ ਕੱਲਾ ਮੁਖ ਤੋਂ ਕੋਈ ਇੱਕ ਮੰਤਰ ਜਪਣ ਤੋਂ ਨਹੀਂ ਹੈ। ਸਿਵਤ ਸਲਾਹ ਦਾ ਅਰਥ ਇਹ ਹੈ ਕਿ ਉਸ ਵਾਹਿਗੁਰੂ ਜੀ ਨੂੰ ਚੇਤੇ ਕਰਦੇ ਹਾਂ, ਵਾਹਿਗੁਰੂ ਜੀ ਨੇ ਜਿਨੇ ਸਾਨੂੰ ਜਿਤਕੀ ਜ਼ਿੰਦਗੀ ਦਿੱਤੀ ਉਹਦੇ ਸ਼ੁਕਰਾਨੇ 'ਚ ਜੁੜ ਕੇ ਵਾਹਿਗੁਰੂ ਜੀ ਦੇ ਪ੍ਰਤੀ, ਆਪਣੀ ਜ਼ਿੰਦਗੀ ਦੇ ਪ੍ਰਤੀ, ਆਪਣੇ ਸਮਾਜ ਦੇ ਪ੍ਰਤੀ ਜ਼ਿੰਮੇਵਾਰ ਹੋ ਜਾਈਏ। ਇਹ ਵਾਹਿਗੁਰੂ ਜੀ ਦੀ ਸਿਫਤ ਸਲਾਹ ਹੈ। ਜ਼ਿੰਦਗੀ ਵਾਹਿਗੁਰੂ ਜੀ ਨੇ ਜਦੋਂ ਦਿੱਤੀ ਉਦੋਂ ਬੜੀ ਤੰਦਰੁਸਤ ਸੀ, ਉਦੋਂ ਅਸੀਂ ਦੁਖੀ ਨਹੀਂ ਸਨ। ਦੇਖੋ ਬੱਚਾ ਹੈ ਛੋਟਾ ਜਿਹਾ, ਕਿੰਨਾ ਤੰਦਰੁਸਤ ਹੈ, ਹੱਸਦਾ ਰਹਿੰਦਾ ਹੈ, ਖੇਡਦਾ ਰਹਿੰਦਾ ਹੈ, ਪ੍ਰਸੰਨ ਰਹਿੰਦਾ ਹੈ, ਉਦੋਂ ਤੇ ਕੋਈ ਪਰੇਸ਼ਾਨੀ ਨਹੀਂ ਹੈ। ਜਿਉਂ-ਜਿਉਂ ਬੰਦਾ ਆਪਣੇ ਆਪ ਨੂੰ ਸਿਆਣਾ ਗਿਣਦਾ ਕਿ ਮੈਂ ਸਿਆਣਾ ਹੋ ਗਿਆ ਹਾਂ, ਤਿਉਂ ਤੇ ਦੁੱਖ ਉਹਦੇ ਆਲੇ ਦੁਆਲੇ ਆਈ ਚਲੇ ਜਾਂਦੇ ਨੇ। ਵਾਹਿਗੁਰੂ ਜੀ ਦੀ ਸਿਫਤ ਸਲਾਹ ਦਾ ਅਰਥ ਹੈ ਕਿ ਵਾਹਿਗੁਰੂ ਜੀ ਨੂੰ ਚੇਤੇ ਕਰਦੇ ਆ, ਸੁਭਾਵ ਜਿਹੜਾ ਹੈ ਨਾ ਉਹ ਵਾਹਿਗੁਰੂ ਜੀ ਵਰਗਾ ਬਣਾ ਲੈਣਾ, ਵਾਹਿਗੁਰੂ ਜੀ ਦੇ ਗੁਣਾਂ ਨੂੰ ਗ੍ਰਹਿਣ ਕਰ ਲੈਣਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਅਸੀਂ ਵਾਹਿਗੁਰੂ ਜੀ ਦੀ ਸਿਫਤ ਸਲਾਹ ਵਿੱਚ ਰੰਗੇ ਜਾਵਾਂਗੇ ਉਦੋਂ ਸਾਡਾ ਮਨ ਤਨ ਹਰਿਆ ਹੋ ਜਾਏਗਾ, ਅਸੀਂ ਪ੍ਰਸੰਨ ਹੋ ਜਾਵਾਂਗੇ। ਔਰ ਸਾਹਿਬ ਜੀ ਦੇ ਬਚਨ ਨੇ ਕਿ ਦੁੱਖ ਕੀਆ ਅੱਗੀ ਮਾਰੀ ਹੈ, ਪੀ ਦੁੱਖ ਦਾਰੂ ਹੋਏ। ਬੰਦਾ ਇਸ ਧਰਤੀ ਤੇ ਦੁੱਖਾਂ ਕਰਕੇ ਪਰੇਸ਼ਾਨ ਹੈ, ਦੁੱਖ ਦੀ ਅੱਗ ਵਿੱਚ ਹੀ ਸੜ ਰਿਹਾ ਹੈ, ਦੁੱਖ ਦੀ ਅੱਗ ਕਰਕੇ ਮਰ ਰਿਹਾ ਹੈ। ਪਰ ਸਤਿਗੁਰੂ ਜੀ ਕਹਿੰਦੇ ਦੁੱਖ ਦਾਰੂ ਵੀ ਤੇ ਹੈ ਨਾ। ਦੁੱਖ ਕੀ ਹੈ? ਜੋ ਮੈਂ ਨਹੀਂ ਕਰਨਾ ਚਾਹੁੰਦਾ, ਜੇ ਮੈਨੂੰ ਕਰਨਾ ਪਏ ਤਾਂ ਮੈਂ ਬੜਾ ਬੰਦਾ ਦੁਖੀ ਹੁੰਨਾ। ਜੋ ਮੈਂ ਮੇਰੀ ਮਰਜ਼ੀ ਤੋਂ ਉਲਟ ਹੋਏ, ਜੋ ਮੈਂ ਨਹੀਂ ਕਰਨਾ ਚਾਹੁੰਦਾ, ਉਹ ਮੈਨੂੰ ਦੁੱਖ ਲੱਗਦਾ ਹੈ। ਉਹੀ ਗੱਲ ਜਿਹੜੀ ਮੈਨੂੰ ਦੁੱਖ ਲੱਗਦੀ ਦੂ ਕਿਸੇ ਨੂੰ ਸੁੱਖ ਵੀ ਲੱਗਦੀ ਹੈ। ਦੁੱਖ ਦਾਰੂ ਕਿਵੇਂ ਬਣਦਾ? ਦੇਖੋ ਸਵੇਰੇ ਉੱਠਣਾ ਹਰ ਕਿਸੇ ਨੂੰ ਚੰਗਾ ਨਹੀਂ ਲੱਗਦਾ। ਜਿਨ੍ਹਾਂ ਨੂੰ ਤੇ ਰੱਬ ਨੇ ਬਖਸ਼ਿਸ਼ ਕਰ ਦਿੱਤੀ ਹੈ, ਅੰਮ੍ਰਿਤ ਵੇਲੇ ਜਾਗਦੇ ਨੇ, ਉਹ ਤੇ ਬੜੇ ਪ੍ਰਸੰਨ ਹੁੰਦੇ ਨੇ। ਤੇ ਦੂਸਰੇ ਕਿਸੇ ਆਮ ਉਸ ਬੰਦੇ ਨੂੰ ਜਿਹਨੇ 12 ਵਜੇ ਸੁੱਤੇ ਉੱਠਣਾ ਹੈ, ਉਹਨੂੰ ਉਠਾ ਦਿਓ, ਬੜਾ ਦੁਖੀ ਹੋਏਗਾ, ਕਹੇਗਾ ਸਵੇਰੇ ਸਵੇਰੇ ਪਰੇਸ਼ਾਨ ਕਰ ਦਿੱਤਾ ਹੈ। ਉਹਦੇ ਲਈ ਤੇ ਦੁੱਖ ਹੈ ਨਾ। ਲੇਕਿਨ ਜੇ ਕਿਤੇ ਮਨੁੱਖ ਨੂੰ ਸਵੇਰੇ ਉੱਠਣ ਦੀ ਆਦਤ ਪੈ ਜਾਏ, ਇਹ ਆਦਤ ਹੀ ਮਨੁੱਖ ਨੂੰ ਸੁੱਖ ਦੇ ਦਿੰਦੀ ਹੈ। ਅੰਮ੍ਰਿਤ ਵੇਲੇ ਉੱਠਣਾ, ਸਵੇਰੇ ਉੱਠਣਾ ਇੱਕ ਬਹੁਤ ਵੱਡੀ ਬਖਸ਼ਿਸ਼ ਹੈ ਪਰਮਾਤਮਾ ਦੀ। ਸਵੇਰੇ ਉੱਠ ਕੇ ਕੋਈ ਬੰਦਾ ਐਕਸਰਸਾਈਜ਼ ਕਰ ਲੇ। ਹੁਣ ਐਕਸਰਸਾਈਜ਼ ਕਰਨਾ ਆਮ ਬੰਦੇ ਨੂੰ ਦੁੱਖ ਲੱਗਦਾ ਹੈ ਕਿ ਕੌਣ ਸਵੇਰੇ ਸਵੇਰੇ ਕੰਮ ਕਰੇ। ਲੇਕਿਨ ਜਦੋਂ ਅਸੀਂ ਸਵੇਰੇ ਸਵੇਰੇ ਐਕਸਰਸਾਈਜ਼ ਕਰਾਂਗੇ, ਇਹ ਦੁੱਖ ਹੀ ਸਾਡੇ ਲਈ ਸੁੱਖਾਂ ਦਾ ਕਾਰਨ ਬਣ ਜਾਏਗਾ। ਮਿਹਨਤ ਹੈ। ਹੁਣ ਮਿਹਨਤ ਕਰਨਾ ਆਮ ਬੰਦੇ ਨੂੰ, ਜਿਹਨੂੰ ਰੋਟੀ ਫਰੀ ਦੀ ਮਿਲ ਜਾਏ, ਉਹਨੂੰ ਕੰਮ ਕਰਨਾ ਬੜਾ ਔਖਾ ਲੱਗਦਾ। ਉਹ ਕਹਿੰਦਾ ਮੈਂ ਕੰਮ ਕਿਉਂ ਕਰਾਂ, ਕਿਉਂ ਦੁਖੀ ਹੋਵਾਂ। ਹੁਣ ਜਿਹੜਾ ਬੰਦਾ ਮਿਹਨਤ ਕਰੇਗਾ, ਹਾਰਡ ਵਰਕ ਕਰੇਗਾ, ਉਹਨੂੰ ਉਹਦੇ ਵਿੱਚ ਸੁੱਖ ਹੀ ਬੜਾ ਹੈ। ਮਿਹਨਤ ਕਰਕੇ ਆਨੰਦ ਹੀ ਬੜਾ ਹੁੰਦਾ ਹੈ। ਜਿਉਂ-ਜਿਉਂ ਅਸੀਂ ਮਿਹਨਤ ਕਰਾਂਗੇ ਜ਼ਿੰਦਗੀ 'ਚ, ਜਿਉਂ-ਜਿਉਂ ਹਾਰਡ ਵਰਕ ਕਰਾਂਗੇ ਜ਼ਿੰਦਗੀ ਅੰਦਰ, ਤਿਉਂ-ਤਿਉਂ ਸਾਨੂੰ ਸੁੱਖ ਮਿਲੇਗਾ। ਸਰੀਰ ਦੀ ਤੰਦਰੁਸਤੀ ਵੀ ਜਿਹੜੀ ਹੈ ਉਹ ਦੁੱਖਾਂ ਦੇ ਵਿੱਚ ਹੀ ਲੁਕੀ ਹੋਈ ਹੈ। ਜਿੰਨਾ ਤੁਸੀਂ ਸਰੀਰ ਦੀ ਐਕਸਰਸਾਈਜ਼ ਕਰੋਗੇ, ਮਿਹਨਤ ਕਰੋਗੇ, ਉਹਨਾਂ ਸਰੀਰ ਤੰਦਰੁਸਤ ਹੁੰਦਾ ਜਾਏਗਾ। ਅਸੀਂ ਸੋਚਦੇ ਹਾਂ ਕਿ ਸਰੀਰ ਨੂੰ ਕੋਈ ਰੋਗ ਹੈ ਨਾ, ਚਲੋ ਡਾਕਟਰ ਕੋਲ ਦਵਾਈ ਲੈ ਕੇ ਠੀਕ ਹੋ ਜਾਓ, ਇੱਕ ਗੋਲੀ ਨਾਲ ਠੀਕ ਹੋ ਜਾਓ। ਗੋਲੀ ਲੈ ਲਈ, ਸਾਡਾ ਬੁਖਾਰ ਦੂਰ ਹੋ ਗਿਆ, ਪਰ ਦੂਰ ਨਹੀਂ ਹੋਇਆ, ਉਹ ਤੇ ਦੱਬਿਆ ਗਿਆ। ਉਹਨੇ ਤੇ ਕੋਈ ਹੋਰ ਰੋਗ ਅੰਦਰ ਪੈਦਾ ਕਰ ਦੇਣਾ, ਫਿਰ ਹੋਰ ਗੋਲੀ ਖਾਵਾਂਗੇ। ਅਸੀਂ ਗੋਲੀਆਂ ਨੂੰ ਆਸਰਾ ਸੁੱਖਾਂ ਦਾ ਬਣਾ ਲਿਆ। ਇਹ ਦਵਾਈਆਂ ਕਿਸੇ ਰੋਗ ਦਾ ਇਲਾਜ ਨਹੀਂ ਹੈ। ਇਹ ਰੋਗ ਨੂੰ ਟਾਲ ਸਕਦੀਆਂ ਨੇ, ਰੋਕ ਸਕਦੀਆਂ ਨੇ। ਦਵਾਈਆਂ ਤੰਦਰੁਸਤੀ ਨਹੀਂ ਦੇ ਸਕਦੀਆਂ। ਦਵਾਈਆਂ ਹੋਰ ਦਵਾਈਆਂ ਤੇ ਸਾਨੂੰ ਲਾ ਸਕਦੀਆਂ ਨੇ। ਤੰਦਰੁਸਤੀ ਮਨੁੱਖ ਦੀ ਜ਼ਿੰਦਗੀ ਦੇ ਅੰਦਰ ਹੈ ਕਿ ਮਨੁੱਖ ਆਪਣੇ ਸਰੀਰ ਦੇ ਪ੍ਰਤੀ ਜ਼ਿੰਮੇਵਾਰ ਹੋ ਜਾਏ, ਮਿਹਨਤ ਕਰੇ, ਐਕਸਰਸਾਈਜ਼ ਕਰੇ, ਸਵੇਰੇ ਉੱਠ ਕੇ ਸੈਰ ਕਰੇ, ਚੰਗਾ ਸੋਚੇ, ਚੰਗਾ ਖਾਏ, ਖਾਣਾ ਪੀਣਾ ਆਪਣਾ ਸਵਾਰ ਲੇ। ਹੁਣ ਆਮ ਬੰਦੇ ਨੂੰ ਤੁਸੀਂ ਕਹੋ ਨਾ ਕਿ ਜੇ ਤੂੰ ਠੀਕ ਨਹੀਂ ਤੇ ਇਹ ਚੀਜ਼ ਨਾ ਖਾ, ਉਹ ਕਹੇ ਨਾ ਜੀ ਮੈਂ ਤੇ ਰਹਿ ਹੀ ਨਹੀਂ ਸਕਦਾ, ਮੈਂ ਤੇ ਬੜਾ ਪਰੇਸ਼ਾਨ ਹਾਂ, ਮੈਂ ਤੇ ਇਹ ਚੀਜ਼ ਖਾਣ ਤੋਂ ਬਿਨਾਂ ਰਹਿ ਹੀ ਨਹੀਂ ਸਕਦਾ। ਉਹਦੇ ਲਈ ਉਹ ਚੀਜ਼ ਛੱਡਣਾ ਦੁੱਖ ਹੈ। ਪਰ ਜਿਹੜਾ ਬੰਦਾ ਕੁਝ ਚਿਰ ਲਈ ਪਰਹੇਜ਼ ਕਰ ਲੇਗਾ, ਉਹਦੇ ਲਈ ਸੁੱਖ ਬਣ ਜਾਏਗਾ। ਦੁੱਖ ਇਵੇਂ ਦਾਰੂ ਬਣ ਜਾਂਦਾ। ਜਦੋਂ ਅਸੀਂ ਜ਼ਿੰਦਗੀ ਦੇ ਅੰਦਰ ਜੋ ਚੀਜ਼ਾਂ ਸਰੀਰ ਲਈ ਠੀਕ ਨਹੀਂ, ਉਹਨਾਂ ਨੂੰ ਤਿਲਾਂਜਲੀ ਦੇ ਦਿੰਦੇ ਹਾਂ। ਜਿਸ ਕੰਮ ਕਰਨ ਦੇ ਨਾਲ ਅਸੀਂ ਆਰਥਿਕ ਤੌਰ ਤੇ, ਅਸੀਂ ਆਤਮਿਕ ਤੌਰ ਤੇ, ਸਰੀਰਕ ਤੌਰ ਤੇ ਤੰਦਰੁਸਤ ਹੋਈਏ, ਉਹ ਕੰਮ ਅਸੀਂ ਕਰਦੇ ਹਾਂ, ਹਾਰਡ ਵਰਕ ਕਰਦੇ ਹਾਂ, ਉਸ ਦੁੱਖ ਵਿੱਚੋਂ ਸੁੱਖ ਮਿਲਦਾ ਹੈ। ਗੁਰਬਾਣੀ ਕਹਿੰਦੀ ਦੁੱਖ ਦਾਰੂ ਸੁੱਖ ਰੋਗ ਪਿਆ, ਜਾਂ ਸੁਖ ਤਾਮ ਨ ਹੋਈ। ਦੁੱਖ ਹੀ ਦਾਰੂ ਹੈ ਜ਼ਿੰਦਗੀ ਅੰਦਰ ਸੁੱਖ ਪ੍ਰਾਪਤ ਕਰਨ ਦੇ ਲਈ। ਦੇਖੋ ਅਸੀਂ ਚਾਹੁੰਦੇ ਹਾਂ ਸਾਡੇ ਘਰ ਧੀ ਪੁੱਤਰ ਕੋ ਬੱਚਾ ਹੋਏ। ਹੁਣ ਬੱਚੇ ਦਾ ਮੁੱਖ ਦੇਖਣ ਦੇ ਲਈ ਮਾਤਾ ਨੂੰ ਕਿੰਨਾ ਦੁੱਖ ਉਠਾਉਣਾ ਪੈਂਦਾ ਹੈ। ਦੂਸਰਾ ਜਨਮ ਹੋ ਜਾਂਦਾ ਹੈ ਮਾਂ ਦਾ ਇੱਕ ਬੱਚੇ ਨੂੰ ਜਨਮ ਦੇਣ ਤੋਂ ਬਾਅਦ।
ਉਹ ਦੁੱਖ ਤੋਂ ਬਾਅਦ ਹੀ ਉਹਨੂੰ ਸੁੱਖ ਮਿਲਿਆ। ਜਿੰਨਾ ਵੱਡਾ ਜ਼ਿੰਦਗੀ ਅੰਦਰ ਦੁੱਖ ਸਹਾਰਾਂਗੇ ਓਨਾ ਵੱਡਾ ਹੀ ਸਾਨੂੰ ਸੁੱਖ ਮਿਲੇਗਾ। ਜਿੰਨੀ ਅਸੀਂ ਜ਼ਿੰਦਗੀ ਦੇ ਅੰਦਰ ਮਿਹਨਤ ਕਰਾਂਗੇ ਓਨਾ ਹੀ ਸਾਡੀ ਜ਼ਿੰਦਗੀ ਅੰਦਰ ਸਵੈਮਾਨ ਪੈਦਾ ਹੋਏਗਾ, ਸੁੱਖ ਪੈਦਾ ਹੋਏਗਾ, ਉਨੀ ਸੁਤੰਤਰਤਾ ਪੈਦਾ ਹੋਏਗੀ। ਜਿੰਨਾ ਅਸੀਂ ਜ਼ਿੰਮੇਵਾਰੀ ਤੋਂ ਭੱਜਦੇ ਜਾਵਾਂਗੇ, ਮਿਹਨਤ ਤੋਂ ਭੱਜ ਜਾਵਾਂਗੇ, ਉਨੇ ਅਸੀਂ ਗੁਲਾਮ ਹੋਈ ਜਾਵਾਂਗੇ, ਜਾਂ ਦਵਾਈਆਂ ਦੇ ਗੁਲਾਮ ਹੋ ਜਾਵਾਂਗੇ, ਜਾਂ ਆਪਾਂ ਦੂਸਰਿਆਂ ਦੇ ਮੁਤਾਜ ਬਣ ਕੇ ਰਹਿ ਜਾਵਾਂਗੇ। ਇਸ ਕਰਕੇ ਸੁੱਖ ਸਵੈਮਾਨ ਦੇ ਅੰਦਰ ਹੈ, ਸੁੱਖ ਜਿਹੜਾ ਤੰਦਰੁਸਤੀ ਦੇ ਅੰਦਰ ਹੈ, ਸੁੱਖ ਜਿਹੜਾ ਉਹ ਮਿਹਨਤ ਦੇ ਅੰਦਰ ਹੈ। ਤੇ ਗੁਰੂ ਬਾਬਾ ਜੀ ਕਹਿੰਦੇ ਨੇ ਜਿੱਧਰ ਦੇਖੋ ਬੰਦਾ ਆਪਣੇ ਆਪ ਨੂੰ ਕਹਿੰਦਾ ਜੀ ਜੰਮਣ ਵੀ ਦੁੱਖ ਹੈ, ਕਈ ਲੋਕ ਤੇ ਕਹਿੰਦੇ ਜ਼ਿੰਦਗੀ ਦੁੱਖ ਹੈ। ਕਈ ਤੇ ਜ਼ਿੰਦਗੀ ਤੋਂ ਇੰਨੇ ਪਰੇਸ਼ਾਨ ਹੋ ਜਾਂਦੇ ਨੇ ਕਿ ਦੁੱਖ ਇਸੇ ਕਰਕੇ ਰੱਬ ਨੇ ਸਾਨੂੰ ਜ਼ਿੰਦਗੀ ਦਿੱਤੀ ਜੀ ਤਾਂ ਹੀ ਆਪਾਂ ਦੁਖੀ ਹਾਂ। ਰੱਬ ਨੇ ਜ਼ਿੰਦਗੀ ਦੁੱਖਾਂ ਲਈ ਨਹੀਂ ਦਿੱਤੀ, ਰੱਬ ਨੇ ਜ਼ਿੰਦਗੀ ਫਿਰਨ ਤੁਰਨ ਲਈ ਨਹੀਂ ਦਿੱਤੀ, ਰੱਬ ਨੇ ਜ਼ਿੰਦਗੀ ਕਿਸੇ ਮਕਸਦ ਲਈ ਦਿੱਤੀ ਹੈ। ਜ਼ਿੰਦਗੀ ਦਾ ਕੋਈ ਮਕਸਦ ਹੈ। ਜ਼ਿੰਦਗੀ ਦਾ ਮਕਸਦ ਹੈ ਕਿ ਆਪ ਜ਼ਿੰਦਗੀ ਦੇ ਅੰਦਰ ਤੁਸੀਂ ਕਾਮਯਾਬ ਹੋਗੇ, ਹੋਰ ਲੋਕਾਂ ਦਾ ਵੀ ਆਸਰਾ ਬਣੋ, ਹੋਰ ਲੋਕਾਂ ਦੇ ਅੰਦਰ ਵੀ ਜਿਉਣ ਦਾ ਚਾਹ ਪੈਦਾ ਕਰੋ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਆ ਮਨੁੱਖ ਦੁੱਖ 'ਚ ਹੀ ਜੰਮਦਾ, ਦੁੱਖ 'ਚ ਹੀ ਮਰਦਾ, ਸਾਰੀ ਜ਼ਿੰਦਗੀ ਦੁਖੀ ਦੁਖੀ ਰਹਿੰਦਾ, ਦੁੱਖਾਂ ਦੀ ਗੱਲ ਕਰਦਾ ਰਹਿੰਦਾ, ਦੁੱਖਾਂ ਦੀਆਂ ਪੰਡਾਂ ਹੀ ਭਰੀਆਂ ਪਈਆਂ ਨੇ ਇਹਦੇ ਕੋਲ। ਜਿੱਧਰ ਨਜ਼ਰ ਮਾਰੋ ਸੁੱਖ ਦੀ ਗੱਲ ਹੀ ਕਿਤੇ ਨਹੀਂ ਹੈ, ਦੁੱਖਾਂ ਵਿੱਚ ਹੀ ਇਹਦਾ ਜੀਵ ਸੜ ਗਿਆ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਕਿਤੇ ਇਹ ਬੰਦਾ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਜਾਏ, ਇਹ ਜਿਹੜਾ ਇਹਦਾ ਜੀਵ ਦੁੱਖ ਵਿੱਚ ਸੜ ਗਿਆ ਹੈ ਨਾ, ਇਹ ਫਿਰ ਦੁੱਖ ਹੀ ਇਹਦੇ ਲਈ ਦਾਰੂ ਬਣ ਜਾਏਗਾ, ਦੁੱਖ ਹੀ ਇਹਨੂੰ ਸੁੱਖ ਦੇਣ ਦਾ ਸਾਧਨ ਬਣ ਜਾਏਗਾ। ਪਰ ਬਣੇਗਾ ਉਦੋਂ ਜਦੋਂ ਇਹ ਬੰਦਾ ਜ਼ਿੰਦਗੀ ਦੇ ਅੰਦਰ ਕੋਈ ਉਹ ਕੰਮ ਕਰੇਗਾ ਜਿਹਦੇ ਨਾਲ ਰੱਬ ਦੀ ਰਹਿਮਤ ਮਿਲੇ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਨਾਨਕ ਦੁਨੀਆ ਭਸ ਰੰਗ ਪਸੂ ਹੂੰ ਪਸ ਖੇਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਿੱਥੋਂ ਤੱਕ ਦੁਨੀਆ ਦੀ ਗੱਲ ਹੈ, ਭਸ ਦਾ ਅਰਥ ਹੁੰਦਾ ਸੁਆਹ। ਇਹ ਦੁਨੀਆ ਤੇ ਰੰਗ ਜੋ ਹੈ, ਦੁਨੀਆ ਦਾ ਜੋ ਪਿਆਰ ਜਿਹਨੂੰ ਆਪਾਂ ਕਹਿੰਦੇ, ਰੰਗ ਦਾ ਅਰਥ ਹੈ ਪਿਆਰ। ਦੁਨੀਆ ਦਾ ਪਿਆਰ, ਮੋਹ ਮਾਇਆ ਦਾ ਪਿਆਰ ਜਿਹੜਾ ਹੈ ਨਾ, ਇਹ ਕੇਵਲ ਤਾਂ ਕੇਵਲ ਸੁਆਦ ਹੀ ਨਹੀਂ ਹੈ। ਦੇਖੋ ਗੱਲ ਸਤਿਗੁਰੂ ਜੀ ਨੇ ਕਹੀ ਸੀ ਦੁੱਖ ਦਾਰੂ। ਹੁਣ ਦੁੱਖ ਦਾਰੂ ਤੋਂ ਬਾਅਦ ਕੋਈ ਚੋਰ ਵੀ ਇਹ ਗੱਲ ਕਹੇਗਾ ਜੀ ਮੈਂ ਤੇ ਬੜੇ ਦੁੱਖ ਸਹਾਰਦਾ, ਇਹ ਤੇ ਮੇਰੇ ਲਈ ਦਾਰੂ ਨਹੀਂ ਬਣਿਆ। ਕੋਈ ਹੋਰ ਗਲਤ ਕੰਮ ਕਰਨ ਵਾਲਾ ਵੀ ਕਹੇਗਾ ਜੀ ਮੈਂ ਦੇਖੋ ਕਿੰਨੀ ਮਿਹਨਤ ਕਰਦਾ, ਕਿੰਨੇ ਦੁੱਖ ਸਹਾਰਦਾ, ਇਹ ਤੇ ਮੇਰੇ ਲਈ ਦਾਰੂ ਨਹੀਂ ਬਣਿਆ। ਪਰ ਸਤਿਗੁਰੂ ਜੀ ਨੇ ਇਸ ਗੱਲ ਤੋਂ ਬਚਣ ਦੀ ਇਹ ਗੱਲ ਕਹਿਤੀ ਕਿ ਜੇ ਤੇ ਕੇਵਲ ਅਸੀਂ ਮੋਹ ਮਾਇਆ ਦੀ ਖਾਤਰ ਹੀ ਸਰੀਰ ਤੇ ਦੁੱਖ ਉਠਾਉਂਦੇ, ਕਿਉਂਕਿ ਜਿੱਥੇ ਮਨੁੱਖ ਦੇ ਮਨ 'ਚ ਲਾਲਚ ਹੋਏ ਨਾ, ਲੋਭ ਹੋਏ, ਬੜੇ ਬੜੇ ਖਤਰਨਾਕ ਕੰਮ ਬੰਦਾ ਕਰ ਲੈਂਦਾ ਹੈ। ਚੋਰ ਚੋਰੀ ਕਰਦਾ ਹੈ, ਆਪਣੀ ਜਾਨ ਨੂੰ ਖਤਰੇ 'ਚ ਪਾ ਕੇ ਕਰਦਾ ਹੈ। ਹੋਰ ਬੜੇ ਲੋਕ ਨੇ ਜਿਹੜੇ ਇਹੋ ਜਿਹੇ ਲਾਲਚ ਵਿੱਚ ਆ ਕੇ ਕੰਮ ਕਰਦੇ, ਆਪਣੀ ਜਾਨ ਕੁਰਬਾਨ ਕਰਦੇ। ਆਪਾਂ ਦੇਖਦੇ ਹਾਂ ਬੰਦਾ ਕੇਵਲ ਤਾਂ ਕੇਵਲ ਮੋਹ ਮਾਇਆ ਦੀ ਖਾਤਰ ਇੰਨੀ ਜ਼ਿਆਦਾ ਮਿਹਨਤ ਕਰਦਾ ਹੈ ਕਿ ਉਹਦਾ ਸਰੀਰ ਰੋਗੀ ਹੋ ਜਾਂਦਾ ਹੈ। ਵੇਲੇ ਸਿਰ ਰੋਟੀ ਨਹੀਂ ਖਾਣੀ, ਵੇਲੇ ਸਿਰ ਆਰਾਮ ਨਹੀਂ ਕਰਨਾ, ਓਵਰ ਵਰਕ ਕਰਨਾ, ਉਹਦੇ ਵਿੱਚ ਕੀ ਹੈ ਸਰੀਰ ਫਿਰ ਰੋਗੀ ਹੋ ਜਾਂਦਾ ਹੈ। ਇੱਥੇ ਦੁੱਖ ਦਾ ਇਹ ਅਰਥ ਨਹੀਂ ਹੈ ਕਿ ਤੁਸੀਂ ਜੋ ਕੁਝ ਵੀ ਕਰੀ ਜਾਓਗੇ ਉਹ ਤੁਹਾਡੇ ਲਈ ਸੁੱਖਾਂ ਦਾ ਕਾਰਨ ਬਣੇਗਾ। ਸਤਿਗੁਰੂ ਜੀ ਕਹਿੰਦੇ ਨੇ ਮਿਹਨਤ ਕਰੋ, ਉਦਮ ਕਰੋ, ਯਤਨ ਕਰੋ, ਇਹਦੇ ਵਿੱਚੋਂ ਸੁੱਖ ਮਿਲੇਗਾ। ਪਰ ਮਿਹਨਤ ਦਾ ਅਰਥ ਇਹ ਨਹੀਂ ਹੈ ਕਿ ਤੁਸੀਂ ਗਲਤ ਕੰਮ ਕਰੋ। ਜੇ ਕੇਵਲ ਮੋਹ ਮਾਇਆ 'ਚ ਪੈ ਕੇ ਹੀ ਤੁਸੀਂ ਦੁਨਿਆਵੀ ਤੌਰ ਤੇ ਬੜੀ ਖੇਚਲ ਕਰ ਰਹੇ ਹੋ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਤੇ ਭਸ ਰੰਗ, ਭਾਵੇਂ ਇਹ ਮੋਹ ਮਾਇਆ ਜਿਹੜੀ ਹੈ, ਲੱਭ ਲੋਭ ਜਿਹੜਾ ਹੈ, ਇਹ ਤੇ ਸਵਾਦ ਹੀ ਨਹੀਂ ਆਈ ਹੈ। ਪਸੂ ਹੂੰ ਪਸ ਖੇ। ਤੇ ਜੋ ਵੀ ਤੁਸੀਂ ਜ਼ਿਆਦਾ ਸਵਾਹ ਇਕੱਤਰ ਕਰੋਗੇ ਤੇ ਸਵਾਹ ਇਕੱਠੀ ਹੋਣੀ ਹੈ। ਭਾਵ ਜੇ ਤੁਸੀਂ ਕੇਵਲ ਸਵਾਰਥ ਵਿੱਚ ਪੈ ਕੇ, ਮੋਹ ਮਾਇਆ 'ਚ ਪੈ ਕੇ ਹੀ ਦੁਨੀਆ ਦੇ ਕੰਮ ਕਰੋਗੇ ਤੇ ਸਵਾਹ ਵਿੱਚੋਂ ਤੇ ਸੁੱਖ ਨਹੀਂ ਮਿਲਦਾ, ਉਹਦੇ 'ਚੋਂ ਤੇ ਸੁੱਖ ਨਹੀਂ ਮਿਲੇਗਾ। ਭਸੋ ਪਸ ਕਮਾਵਣੀ ਪੀ ਭਸ ਭਰੀ ਐ ਦੇ। ਬੰਦਾ ਜ਼ਿੰਦਗੀ ਦੇ ਅੰਦਰ ਕੇਵਲ ਸਵਾਹ ਇਕੱਠੀ ਕਰੀ ਜਾ ਰਿਹਾ, ਬੜੀ ਦੌੜ ਭੱਜ ਕਰਦਾ ਬੰਦਾ। ਗੁਰਬਾਣੀ ਇਹ ਗੱਲ ਕਹਿੰਦੀ ਨਿਸ ਦਿਨ ਮਾਇਆ ਕਾਰਣੇ ਪ੍ਰਾਣੀ ਡੋਲਤ ਨੀਤ। ਦਿਨ ਰਾਤ ਮਾਇਆ ਦੀ ਖਾਤਰ ਬੰਦਾ ਜਿਹੜਾ ਨਾ ਡੋਲਦਾ ਰਹਿੰਦਾ। ਵੇਖੋ ਹਰ ਬੰਦਾ ਕੰਮ ਕਰਦਾ। ਇੱਕ ਬੰਦਾ ਜਿਹੜਾ 12 ਵਜੇ ਵੀ ਉੱਠਦਾ ਨਾ, ਸਾਰਾ ਦਿਨ ਆਪਣੇ ਕੰਮ ਤੇ ਤਤਪਰ ਰਹਿੰਦਾ ਹੈ, ਬੜਾ ਹਾਰਡ ਵਰਕ ਕਰਦਾ ਹੈ। ਇਹ ਨਹੀਂ ਕਿ ਉਹ ਮਿਹਨਤ ਨਹੀਂ ਕਰਦਾ, ਪਰ ਕਦੀ ਆਪਣੇ ਸਰੀਰ ਲਈ ਵੀ ਮਿਹਨਤ ਕਰ ਲੇ, ਕਦੀ ਦੂਜਿਆਂ ਦੀ ਖਾਤਰ ਵੀ ਥੋੜੀ ਮਿਹਨਤ ਕਰ ਲੇ। ਸੁੱਖ ਤੇ ਇਹਦੇ ਚੋਂ ਮਿਲਣਾ ਹੈ ਨਾ। ਆਪਣੀ ਕਿਰਤ ਲਈ ਵੀ ਮਿਹਨਤ ਕਰਨੀ ਚਾਹੀਦੀ ਹੈ,
ਪਰ ਇਕੱਲਾ ਜੇ ਮਾਇਆ ਦੀ ਖਾਤਰ ਹੀ ਅਸੀਂ ਦੌੜ ਭੱਜ ਕਰਦੇ ਰਹੇ, ਸਤਿਗੁਰੂ ਜੀ ਕਹਿੰਦੇ ਇਹ ਤੇ ਜਦੋਂ ਗੁਜਰਾਨ ਤੋਂ ਅੱਗੇ ਵਾਜੇ ਉਦੋਂ ਬਾਅਦ ਅੱਗੇ ਸਵਾਹ ਹੀ ਹੈ, ਉਹ ਕਿਸੇ ਕੰਮ ਨਹੀਂ ਹੋਣੀ। ਦੇਖੋ ਮਨੁੱਖ ਬਿਮਾਰ ਹੈ, ਮਨੁੱਖ ਦੇ ਕੋਲ ਬਹੁਤ ਪੈਸਾ ਹੈ, ਬੈਂਕਾਂ ਭਰੀਆਂ ਪਈਆਂ ਨੇ, ਹੁਣ ਡਾਕਟਰ ਕਹਿੰਦੇ ਨੇ ਕਿ ਇੱਥੇ ਪੈਸਾ ਕੰਮ ਨਹੀਂ ਆਉਣਾ ਪਈ, ਇੱਥੇ ਵਾਹਿਗੁਰੂ ਰਹਿਮਤ ਕਰੇ ਤੇ ਤੰਦਰੁਸਤੀ ਮਿਲਣੀ, ਉਹ ਤੇ ਪੈਸਾ ਫਿਰ ਸਵਾਹ ਬਣ ਗਿਆ ਨਾ। ਹੁਣ ਡਾਕਟਰ ਕਹਿੰਦੇ ਨੇ ਕਿ ਤੂੰ ਇਹ ਚੀਜ਼ ਨਹੀਂ ਖਾਣੀ, ਇਹ ਚੀਜ਼ ਨਹੀਂ ਖਾਣੀ, ਹੁਣ ਬੰਦਾ ਉੱਠ ਨਹੀਂ ਸਕਦਾ, ਕੱਪੜੇ ਪਾ ਨਹੀਂ ਸਕਦਾ, ਕੀਮਤੀ ਕੱਪੜਿਆਂ ਨਾਲ ਉਹਦਾ ਘਰ ਭਰਿਆ ਪਿਆ ਹੈ, ਮਹਿੰਗੀਆਂ ਮਹਿੰਗੀਆਂ ਗੱਡੀਆਂ ਖੜੀਆਂ ਨੇ, ਹੋਰ ਖਾਣ ਪੀਣ ਦੇ ਬੜੇ ਬੜੇ ਮਹਿੰਗੇ ਪਦਾਰਥ ਨੇ, ਪਰ ਉਹ ਖਾ ਪੀ ਕੁਝ ਨਹੀਂ ਸਕਦਾ, ਉਹਦੇ ਲਈ ਤੇ ਸਵਾਹ ਹੀ ਹੈ, ਉਹਦੇ ਲਈ ਉਹ ਗੱਡੀਆਂ ਕਿਸ ਅਰਥ ਨੇ, ਉਹਦੇ ਲਈ ਉਹ ਬੈਂਕਾਂ 'ਚ ਪਿਆ ਹੋਇਆ ਪੈਸਾ ਕਿਸ ਅਰਥ ਹੈ, ਕਿਉਂਕਿ ਉਹਦੇ ਤੇ ਕੰਮ ਹੀ ਨਹੀਂ ਆ ਰਿਹਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮਨੁੱਖ ਸਾਰੀ ਜ਼ਿੰਦਗੀ ਜਦੋਂ ਨੈਤਿਕਤਾ ਤੋਂ ਡਿੱਗ ਕੇ, ਜ਼ਿੰਦਗੀ ਦੇ ਆਚਾਰ ਤੋਂ ਡਿੱਗ ਕੇ ਕੇਵਲ ਸਵਾਰਥ ਦੀ ਖਾਤਰ ਹੀ ਦੌੜ ਭੱਜ ਕਰਦਾ ਹੈ, ਤੇ ਗੁਰੂ ਸਾਹਿਬ ਜੀ ਕਹਿੰਦੇ ਉਹ ਤੇ ਸਿਰਫ ਸਵਾਹ ਇਕੱਠੀ ਕਰ ਰਹੇ ਆ। ਭੱਸੋ ਭੱਸ ਕਮਾਵਣੀ ਪੀ ਭੱਸ ਭਰੀਏ ਦੇ। ਮਨੁੱਖ ਬਾਹਰੋਂ ਵੀ ਸਵਾਹ ਇਕੱਠੀ ਕਰਦਾ ਹੈ, ਮਨੁੱਖ ਦੀ ਸੁਰਤ ਵਿੱਚ ਵੀ ਸਵਾਹ ਭਰਦੀ ਚਲੀ ਜਾਂਦੀ ਹੈ। ਭਰੀਏ ਦੇ ਦਾ ਅਰਥ ਹੈ ਕਿ ਉਹਦੀ ਸੁਰਤ ਵਿੱਚ, ਉਹਦੀ ਸੋਚ ਵਿੱਚ ਵੀ ਸਵਾਹ ਭਰਦੀ ਚਲੀ ਜਾਂਦੀ ਹੈ। ਜਾਂ ਜੀਓ ਵਿੱਚੋਂ ਕੱਢੀ ਹੈ ਪਸ਼ੂ ਭਰਿਆ ਜਾਏ। ਗੁਰੂ ਬਾਬਾ ਜੀ ਕਹਿੰਦੇ ਜਦੋਂ ਮਨੁੱਖ ਦੇ ਜੀ ਨੂੰ ਕੱਢਿਆ ਜਾਂਦਾ ਨਾ, ਭਾਵ ਜੇ ਮਨੁੱਖ ਦੇ ਜੀ ਦੀ ਹਾਲਤ ਦੇਖੋ ਤੇ ਉਹ ਵੀ ਸਵਾਹ ਨਾਲ ਭਰਿਆ ਪਿਆ। ਬਾਹਰ ਜੇ ਸਵਾਹ ਹੈ ਤੇ ਮਨੁੱਖ ਦੀ ਸੁਰਤ ਵਿੱਚ ਵੀ ਸਵਾਹ ਹੈ। ਗੁਰਬਾਣੀ ਦਾ ਬਚਨ ਅਸੀਂ ਪੜ੍ਹਦੇ ਕਿ ਭਰੀ ਹੈ ਮਤ ਪਾਪਾਂ ਕੈ ਸੰਗ। ਮਨੁੱਖ ਦੀ ਮਤ ਜਿਹੜੀ ਉਹ ਤੇ ਪਾਪਾਂ ਦੇ ਨਾਲ ਭਰੀ ਪਈ ਹੈ। ਮਨੁੱਖ ਦੇ ਅੰਦਰ ਵੀ ਸਵਾਹ ਮੈਲ ਹੀ ਭਰੀ ਪਈ ਹੈ। ਗੁਰਬਾਣੀ ਕਹਿੰਦੀ ਕਿ ਮਨੁੱਖ ਅੰਦਰੋਂ ਵੀ ਮੈਲਾ ਹੀ ਹੋਇਆ ਬੈਠਾ ਹੈ, ਜੀਉ ਮੈਲੇ ਬਾਹਰੋਂ ਨਿਰਮਲ। ਅੰਦਰ ਮੈਲ ਭਰੀ ਪਈ, ਅੰਦਰ ਸਵਾਹ ਭਰੀ ਪਈ। ਸਵਾਹ ਦਾ ਅਰਥ ਹੈ ਕਿ ਅੰਦਰ ਔਗਣ, ਬੁਰਾਈਆਂ, ਵਿਕਾਰ, ਚੁਗਲੀ, ਨਿੰਦਾ, ਈਰਖਾ, ਇਹ ਸਭ ਸਵਾਹ ਭਰੀ ਪਈ ਇਹਦੇ। ਪੱਸੀ ਪਸ਼ੂ ਹੂੰ ਪਸ਼ੂ ਭਰਿਆ ਜਾਏ। ਤੇ ਮਨੁੱਖ ਸਾਰੀ ਜ਼ਿੰਦਗੀ ਸਵਾਹ ਨਾਲ, ਕੂੜ ਨਾਲ ਜੁੜਿਆ ਰਹਿੰਦਾ ਹੈ, ਉਹਦੀ ਸੁਰਤ ਵਿੱਚ ਕੂੜ ਵਸ ਜਾਂਦਾ ਹੈ, ਤੇ ਇਸ ਧਰਤੀ ਤੋਂ ਉਹ ਕੂੜ ਹੀ ਲੈ ਕੇ ਜਾਂਦਾ ਹੈ, ਸਵਾਹ ਹੀ ਲੈ ਕੇ ਜਾਂਦਾ ਹੈ। ਅੱਗੇ ਲੇਖੇ ਮੰਗੀਐ ਹੋਰ ਦਸੂਣੀ ਪਾਏ। ਜੋ ਕੁਝ ਅਸੀਂ ਇੱਥੇ ਕਰਦੇ ਉਹੀ ਕੁਝ ਸਾਨੂੰ ਅੱਗੇ ਮਿਲਣਾ ਹੈ। ਭਾਈ ਗੁਰਦਾਸ ਜੀ ਦਾ ਇੱਕ ਬਚਨ ਹੈ ਕਿ ਦਿੱਤਾ ਲਈਏ ਆਪਣਾ, ਅਣ ਦਿੱਤਾ ਕਿਛ ਹੱਥ ਨਾ ਆਵੇ। ਸਾਨੂੰ ਉਹ ਕੁਝ ਮਿਲਣਾ ਹੈ ਜੋ ਕੁਝ ਇੱਥੇ ਅਸੀਂ ਕੀਤਾ ਹੈ ਜਾਂ ਦਿੱਤਾ ਹੈ ਕਿਸੇ ਨੂੰ, ਹੋਰ ਕੁਝ ਸਾਨੂੰ ਨਹੀਂ ਮਿਲਣਾ। ਇੱਥੇ ਅਸੀਂ ਕੇਵਲ ਤਾਂ ਕੇਵਲ ਸਵਾਰਥ ਵਿੱਚ, ਮੋਹ ਮਾਇਆ ਵਿੱਚ ਖਚਤ ਹੋ ਕੇ ਜੀਵਨ ਬਤੀਤ ਕਰਦੇ ਰਹੇ, ਤੇ ਉਦੋਂ ਬਾਅਦ ਵੀ ਇਹੀ ਕੁਝ ਹੀ ਸਾਨੂੰ ਮਿਲਣਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਅੱਗੇ ਵੀ ਮਨੁੱਖ ਨੂੰ ਇਹ 10 ਗੁਣਾ ਵਧੇਰੇ ਸਗੋਂ ਸਵਾਹ ਮਿਲਦੀ ਹੈ, ਭਾਵ ਅੱਗੇ ਕੋ ਮਾਣ ਸਤਕਾਰ ਨਹੀਂ ਮਿਲਦਾ। ਪੌੜੀ ਨਾਏ ਸੁਣੀਐ ਸੁਚ ਸੰਜਮੋ ਜਮ ਨੇੜ ਨ ਆਵੈ। ਇਹ ਬਚਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਨੇ। ਸਾਰੰਗ ਰਾਗ ਦੀ 8ਵੀਂ ਪੌੜੀ ਦੇ ਅੰਦਰ ਇਹ ਬਚਨ ਅੰਕਿਤ ਨੇ। ਗੁਰੂ ਸਾਹਿਬ ਜੀ ਕਹਿੰਦੇ ਨਾਏ ਸੁਣੀਏ। ਜਦੋਂ ਅਸੀਂ ਨਾਮ ਨੂੰ ਸੁਣਾਂਗੇ, ਨਾਮ ਨੂੰ ਸੁਣਨ ਦਾ ਅਰਥ ਜਿੱਥੇ ਅਸੀਂ ਕੋਈ ਦੂਸਰਾ ਬੋਲੇ ਤੇ ਅਸੀਂ ਸੁਣਦੇ ਹਾਂ, ਇਹ ਵੀ ਬੜੀ ਮਹਾਨ ਗੱਲ ਹੈ। ਕੋਈ ਬੋਲੇ ਤੇ ਅਸੀਂ ਸੁਣੀਏ, ਪਰ ਉਸ ਤੋਂ ਅੱਗੇ ਗੱਲ ਕਿ ਜੋ ਅਸੀਂ ਬੋਲਦੇ ਉਹਨੂੰ ਸੁਣਨਾ। ਜੋ ਅਸੀਂ ਬੋਲਦੇ ਹਾਂ ਉਹਦੇ ਵਿੱਚ ਸੁਰਤ ਜੋੜਨੀ। ਕਈ ਵਾਰ ਅਸੀਂ ਮੁੱਖ ਤੋਂ ਬੋਲਦੇ ਹਾਂ, ਸੁਰਤ ਹੋਰ ਹੀ ਬੰਨੇ ਹੁੰਦੀ ਸਾਡੀ ਹੈ। ਬਾਣੀ ਪੜ੍ਹਦੇ ਹਾਂ, ਸੁਰਤ ਹੋਰ ਬੰਨੇ ਹੁੰਦੀ ਹੈ। ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਅਸੀਂ ਨਾਮ ਵਿੱਚ ਸੁਰਤ ਜੋੜ ਲਵਾਂਗੇ, ਜਦੋਂ ਨਾਮ ਸਾਡੀ ਸੁਰਤ ਵਿੱਚ ਵਸ ਜਾਏਗਾ, ਸੁਚ ਸੰਜਮੋ, ਉਦੋਂ ਸਾਡੀ ਜ਼ਿੰਦਗੀ ਅੰਦਰ ਸੁਚ ਆਏਗੀ, ਪਵਿੱਤਰਤਾ ਆਏਗੀ। ਸਰੀਰਕ ਤੌਰ ਤੇ ਨਹਾਉਣਾ ਸਰੀਰਕ ਤੰਦਰੁਸਤੀ ਲਈ ਜ਼ਰੂਰੀ ਹੈ, ਪਰ ਸਰੀਰਕ ਤੌਰ ਤੇ ਨਹਾਉਣਾ ਕੋਈ ਸੁੱਚ ਨਹੀਂ ਹੈ। ਗੁਰਬਾਣੀ ਨੇ ਇਹਨੂੰ ਸੁੱਚ ਨਹੀਂ ਮੰਨਿਆ ਕਿ ਹੱਥ ਧੋ ਲੋ ਸੁੱਚੇ ਹੋ ਗਏ, ਨਹਾ ਲੋ ਸੁੱਚੇ ਹੋ ਗਏ। ਸਤਿਗੁਰੂ ਜੀ ਦਾ ਬਚਨ ਕਿ ਸੁੱਚੇ ਇਹ ਨਾ ਆਖੀਏ ਬਹਿਨ ਜੇ ਪਿੰਡਾ ਧੋਏ, ਸੁੱਚੇ ਸੇ ਹੀ ਨਾਨਕਾ ਜਿਨ ਮਨ ਵਸਿਆ ਸੋਏ। ਸੁਖਮਨੀ ਸਾਹਿਬ ਜੀ ਵਿੱਚ ਸਤਿਗੁਰੂ ਜੀ ਦਾ ਇੱਕ ਬਚਨ ਹੈ, ਸੋਚ ਕਰੇ ਦਿਨ ਅਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ। ਬੰਦਾ ਦਿਨ ਰਾਤ ਸੋਚ ਸੰਜਮ ਕਰੀ ਜਾਏ, ਸੋਚ ਸਨਾਨ ਕਰੀ ਜਾਏ। ਸਤਿਗੁਰੂ ਜੀ ਕਹਿੰਦੇ ਮਨ ਦੀ ਮੈਲ ਤੇ ਇਦਾਂ ਨਹੀਂ ਮਿਟਣੀ। ਸੋਚੈ ਸੋਚ ਨਾ ਹੋਵੀ ਜੇ ਸੋਚੀ ਲੱਖ ਵਾਰ। ਜਿੰਨੀ ਮਰਜ਼ੀ ਸੋਚ ਸੰਜਮ ਰੱਖ ਲਈਏ, ਲੱਖਾਂ ਵਾਰੀ ਰੱਖ ਲਈਏ, ਅਸੀਂ ਸੁੱਚੇ ਹੋ ਹੀ ਨਹੀਂ ਸਕਦੇ। ਸੁੱਚਾ ਤੇ ਮਨ ਨੂੰ ਕਰਨਾ ਹੈ। ਸਰੀਰਕ ਸਫਾਈ ਜ਼ਰੂਰੀ ਹੈ,
पर बाहरों नहाउण नाल कोई सुच्चा नहीं हो जाएगा कि किते तीर्थ ते नहा लो ते सुच्चा हो जाएगा, पवित्र हो जाएगा। अंदर ते मैल है, अंदर अहंकार है। गुरबाणी कहंदी पहला अंदर नूं साफ करिए आपां। साडे अंदर ते खोटी मत बैठी हुई, कुबुद डूमणी कुदया कसैन पर निंदा कर चूड़ी अंत मुट्ठी क्रोध चंडाल कारी कड्डी क्या दिए जा चारे बैठियां नाल। सतगुरु जी ने यही ते समझाया सी हरिद्वार जाके एक साधु नूं, जिन्हें ऐन चौंका तैयार कर लिया, लकड़ां धो लियां गंगा दे पानी दे नाल। भाई मरदाना जी अग लैण लई गए तो उहदे मगर अग लै के भज उठिया कि तेरे आउण दे नाल ते मेरा चौंका ही पिटिया गया, तू सूदरे मेरा चौंका पिट दिता है। बाबा नानक जी कहणगे भलिया पुरखा चौंका तेरा तेरे करके पिटिया गया। कहणगा मैं गंगा दे पानी च स्नान कीता है, कपड़े भी गंगा दे पानी नाल धोना, लकड़ां भी गंगा दे पानी नाल धोतियां, भांडे भी गंगा दे पानी नाल धोते, गंगा दे पानी नाल पोचा मारिया, सब कुछ गंगा दे पानी नाल तैयार कीता है। ये किदां पिटिया गया? सतगुरु जी कहंदे वो पिटिया इस करके गया कि तेरे अंदर हंकार है, ईर्खा है, क्रोध है, बुराइयां ने, ਉਹਦੇ ਨਾਲ तेरा शरीर पिटिया गया, तेरे शरीर नाल तेरा चौंका पिटिया गया। ਉਹ ਮਰਦਾਨਾ ਤੇ ਰੱਬ ਦਾ ਕੀਰਤਨ ਹੀ ਹੈ, ਇਹ ਤੇ ਬਾਣੀ ਗਾਉਂਦਾ, ਇਹਦੇ ਨਾਲ ਕੀ ਪਿਟਿਆ ਜਾਣਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮਨੁੱਖ ਦੇ ਅੰਦਰ ਸੁੱਚ ਕਦੋਂ ਆਏਗੀ, ਮਨੁੱਖ ਅੰਦਰੋਂ ਪਵਿੱਤਰ ਕਦੋਂ ਹੋਏਗਾ? ਜਦੋਂ ਉਹਦੀ ਸੁਰਤ ਨਾਮ ਨਾਲ ਜੁੜੇਗੀ। ਜਿਹਦੀ ਸੁਰਤ ਨਾਮ ਨਾਲ ਜੁੜੇਗੀ ਉਹਦੀ ਕਿਰਤ ਪਵਿੱਤਰ ਹੋਏਗੀ। ਜਿਹਦੀ ਸੁਰਤ ਨਾਮ ਨਾਲ ਜੁੜੇਗੀ ਉਹ ਕਿਸੇ ਦਾ ਹੱਕ ਨਹੀਂ ਮਾਰੇਗਾ। ਜਿਹਦੀ ਸੁਰਤ ਨਾਮ ਨਾਲ ਜੁੜੇਗੀ ਉਹ ਜ਼ਿੰਦਗੀ ਦੇ ਅੰਦਰ ਕਿਸੇ ਦਾ ਦਿਲ ਨਹੀਂ ਦੁਖਾਏਗਾ, ਕਿਸੇ ਦੀ ਨਿੰਦਾ ਨਹੀਂ ਕਰੇਗਾ, ਕਿਸੇ ਦੀ ਚੁਗਲੀ ਨਹੀਂ ਕਰੇਗਾ, ਕਿਸੇ ਨਾਲ ਵੈਰ ਨਹੀਂ ਰੱਖੇਗਾ। ਉਹਦੀ ਤੇ ਸੁਰਤ ਐਨ ਪਵਿੱਤਰ ਹੋ ਗਈ। ਸੁਰਤ ਦੇ ਪਵਿੱਤਰ ਹੋਣ ਦਾ ਅਰਥ ਕਿ ਅੰਦਰੋਂ ਔਗਣਾਂ ਦਾ ਮਿਟ ਜਾਣਾ, ਬੁਰਾਈਆਂ ਦਾ ਮਿਟ ਜਾਣਾ। ਤੇ ਜਦੋਂ ਅਸੀਂ ਨਾਮ ਨੂੰ ਸੁਣਾਂਗੇ, ਪਰਮਾਤਮਾ ਦੇ ਪਿਆਰ ਵਿੱਚ ਜੁੜਾਂਗੇ, ਪਰਮਾਤਮਾ ਨਿਰਵੈਰ ਹੈ, ਅਸੀਂ ਨਿਰਵੈਰ ਹੋ ਜਾਵਾਂਗੇ। ਪਰਮਾਤਮਾ ਸਰਬੱਤ ਦਾ ਭਲਾ ਕਰਦਾ ਹੈ, ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਾਂਗੇ। ਪਰਮਾਤਮਾ ਕਿਸੇ ਦਾ ਦਿਲ ਨਹੀਂ ਦਿਖਾਉਂਦਾ, ਅਸੀਂ ਕਿਸੇ ਦਾ ਦਿਲ ਨਹੀਂ ਦਿਖਾਵਾਂਗੇ, ਸਾਡੀ ਸੁਰਤ ਪਵਿੱਤਰ ਹੋ ਜਾਏਗੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜੇ ਨਾਮ ਵਿੱਚ ਸੁਰਤ ਜੋੜੋਗੇ, ਮੁਖ ਤੋਂ ਜਪਣਾ ਮੁਬਾਰਕ ਹੈ, ਜੇ ਸੁਰਤ ਵਿੱਚ ਨਾਮ ਨਹੀਂ ਵਸਿਆ ਤੇ ਅਜੇ ਸਫਲਤਾ ਨਹੀਂ ਮਿਲੇਗੀ। ਜਦੋਂ ਨਾਮ ਵਿੱਚ ਸੁਰਤ ਜੁੜ ਗਈ ਸਾਡੇ ਅੰਦਰ ਸੁੱਚ ਆ ਜਾਏਗੀ, ਸੰਜਮ ਆ ਜਾਏਗਾ। ਸੰਜਮ ਦਾ ਅਰਥ ਹੁੰਦਾ ਹੈ ਆਪਣੇ ਇੰਦਰੀਆਂ ਤੇ ਕਾਬੂ ਪਾਉਣਾ, ਅੱਖਾਂ ਤੇ ਕਾਬੂ ਪੈ ਜਾਣਾ, ਕੰਨਾਂ ਤੇ ਕਾਬੂ ਪੈ ਜਾਣਾ, ਜਿਹਬਾ ਤੇ ਕਾਬੂ ਪੈ ਜਾਣਾ, ਆਪਣੀ ਜ਼ਿੰਦਗੀ ਦੇ ਔਗਣਾਂ ਤੋਂ ਮੁਕਤ ਹੋ ਜਾਣਾ। ਸਤਿਗੁਰੂ ਜੀ ਕਹਿੰਦੇ ਨਾਮ ਸੁਣੋਗੇ ਨਾ ਆਪਣੇ ਆਪ ਹੀ ਕਾਬੂ ਆ ਜਾਏਗਾ। ਤੁਹਾਨੂੰ ਕਿਤੇ ਵੱਖਰੇ ਹੋ ਕੇ ਸਮਾਧੀਆਂ ਲਾਉਣ ਦੀ ਲੋੜ ਨਹੀਂ ਹੈ, ਤੁਹਾਨੂੰ ਕਿਤੇ ਤੀਰਥਾਂ ਤੇ ਭਟਕਣ ਦੀ ਲੋੜ ਨਹੀਂ ਹੈ, ਜੰਗਲਾਂ 'ਚ ਬੈਠਣ ਦੀ ਲੋੜ ਨਹੀਂ ਹੈ। ਨਾਮ ਨਾਲ ਜੁੜੋ, ਪਰਮਾਤਮਾ ਦੇ ਪਿਆਰ ਵਿੱਚ ਜੁੜੋ। ਜਦੋਂ ਪਰਮਾਤਮਾ ਦੀ ਵਡਿਆਈ ਸੁਣੋਗੇ ਆਪਣੇ ਆਪ ਹੀ ਅੱਖਾਂ ਸੰਤੋਖੀਆਂ ਜਾਣਗੀਆਂ। ਗੁਰੂ ਸਾਹਿਬ ਜੀ ਦਾ ਇੱਕ ਪਵਿੱਤਰ ਬਚਨ ਅਸੀਂ ਰੋਜ਼ ਪੜ੍ਹਦੇ ਕਿ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਵਾਹਿਗੁਰੂ ਜੀ ਦਾ ਨਾਮ ਸਦੋਂ ਸਾਡੀ ਜ਼ਿੰਦਗੀ ਦਾ ਆਧਾਰ ਬਣ ਜਾਏਗਾ, ਉਹ ਤੇ ਸਾਡੀਆਂ ਸਾਰੀਆਂ ਭੁੱਖਾਂ ਮੇਟ ਦੇਵੇਗਾ। ਇਹ ਅੱਖਾਂ ਦੀ ਦੇਖਣ ਦੀ ਭੁੱਖ, ਕੰਨਾਂ ਦੀ ਚੁਗਲੀ ਨਿੰਦਾ ਸੁਣਨ ਦੀ ਭੁੱਖ, ਰਸਨਾ ਦੀ ਕੇਵਲ ਖਾਣ ਪੀਣ ਦੀ ਜਾਂ ਬੁਰੀਆਂ ਗੱਲਾਂ ਕਰਨ ਦੀ ਭੁੱਖ ਆਪਣੇ ਆਪ ਮਿਟ ਜਾਏਗੀ। ਪਰ ਕਦੋਂ? ਜਦੋਂ ਨਾਮ ਨਾਲ ਜੁੜਾਂਗੇ। ਫਿਰ ਸੰਜਮ ਆ ਜਾਏਗਾ ਜ਼ਿੰਦਗੀ ਅੰਦਰ। ਜਮ ਨੇੜ ਨਾ ਆਵੇ, ਜਦੋਂ ਸੋਚ ਹੋਏਗੀ, ਜਦੋਂ ਸੰਜਮ ਹੋਏਗਾ। ਅੱਜ ਨਾ ਜਮਾਂ ਦਾ ਡਰਾਵਾ ਨਹੀਂ ਦਿੱਤਾ ਗਿਆ। ਮਨੁੱਖ ਨੂੰ ਜਮਾਂ ਦੇ ਨਾਂ ਤੇ ਬੜਾ ਡਰਾਇਆ ਹੋਇਆ ਹੈ। ਬੰਦਾ ਜਮਾਂ ਦੇ ਨਾਂ ਤੇ ਭੱਜਾ ਫਿਰਦਾ ਹੈ, ਜਮ ਦੂਤਾਂ ਦੇ ਨਾਂ ਤੇ ਡਰੀ ਚਲਿਆ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਜਮ ਤੇ ਤੁਹਾਡੇ ਨੇੜੇ ਨਹੀਂ ਆਉਣਗੇ, ਤੁਸੀਂ ਨਾਮ ਨਾਲ ਜੁੜ ਕੇ ਸੁੱਚੇ ਹੋ ਜਾਓ, ਪਵਿੱਤਰ ਹੋ ਜਾਓ। ਜਮ ਤੁਹਾਡੇ ਨੇੜੇ ਨਹੀਂ ਆਉਣਗੇ। ਜਮ ਤਾਂ ਇੰਨੇ ਕਮਜ਼ੋਰ ਨੇ ਕਿ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਏ। ਇਹ ਤੇ ਨਾਮ ਨੂੰ ਸੁਣਦਿਆਂ ਡਰਦੇ ਭੱਜ ਜਾਂਦੇ ਨੇ ਜਮਦੂਤ। ਇਹ ਕੋਈ ਬਹੁਤ ਤਗੜੇ ਨਹੀਂ ਹੈ। ਜਮਦੂਤਾਂ ਦੀ ਗੱਲ ਕਰਦਿਆਂ ਬਾਬਾ ਕਬੀਰ ਸਾਹਿਬ ਜੀ ਨੇ ਕਿਹਾ ਜਮ ਹੈ ਕੀ ਚੀਜ਼ ਨੇ। ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤਿਰਸਕਾਰ, ਜਿਨ ਇਹ ਜਮੂਆ ਸਿਰਜਿਆ ਸੋ ਜਪਿਆ ਪਰਵਰਦਗਾਰ। ਜਮੂਆ ਭਗਤ ਕਬੀਰ ਜੀ ਨੇ ਜਮੂਆ ਕਿਹਾ, ਮਾਮੂਲੀ ਜੇ ਜਿਹਨੂੰ ਕਹਿ ਸਕਦੇ ਆਪਾਂ। ਕਹਿੰਦੇ ਮੈਨੂੰ ਇਹ ਜਮ ਕੁਝ ਨਹੀਂ ਕਰ ਸਕਦਾ, ਜਿਨੇ ਜਮ ਨੂੰ ਬਣਾਇਆ ਮੈਂ ਉਹਦੇ ਪਿਆਰ ਜੁੜ ਗਿਆ। ਇਹ ਜਮ ਤਾਂ ਜਿਹੜਾ ਵਿਚਾਰਾ ਜਿਹਾ ਭੱਜਾ ਹੀ ਫਿਰਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਮ ਨੇੜ ਨਾ ਆਵੇ। ਜਦੋਂ ਤੁਹਾਡੀ ਸੁਰਤ ਨਾਮ ਨਾਲ ਜੁੜੇਗੀ, ਪਵਿੱਤਰ ਹੋਏਗੀ, ਔਗਣਾਂ ਤੋਂ ਰਹਿਤ ਹੋਏਗੀ, ਕੋਈ ਜਮ ਨਹੀਂ ਨੇੜੇ ਆਏਗਾ। ਜਮ ਕੀ ਹੈ? ਜ਼ਿੰਦਗੀ ਤੋਂ ਬਾਅਦ ਕੀ ਹੋਣਾ ਹੈ ਇਹ ਤੇ ਪ੍ਰਮਾਤਮਾ ਜਾਣਦਾ ਹੈ, ਜਾਂ ਜਿਹੜੇ ਚਲੇ ਗਏ ਉਹ ਜਾਣਦੇ ਨੇ। ਇੱਥੇ ਬੈਠਿਆਂ ਨੂੰ ਕੋਈ ਪਤਾ ਨਹੀਂ, ਸਿਰਫ ਕੇਵਲ ਤਾਂ ਕੇਵਲ ਹਵਾ 'ਚ ਤਲਵਾਰਾਂ ਮਾਰੀ ਜਾਂਦੇ ਨੇ।
ਜਮ ਕੀ ਚੀਜ਼ ਹੈ? ਜਮ ਹੈ ਤੁਹਾਡੀ ਜ਼ਿੰਦਗੀ 'ਚ ਚਿੰਤਾ ਆ ਗਈ, ਉਦੋਂ ਵੱਡਾ ਜਮ ਦੂਤ ਹੀ ਕੋਈ ਨਹੀਂ ਹੈ। ਚਿੰਤਾ ਦੀ ਅੱਗ ਸੜੀ ਜਾਓ, ਇਹਦੋਂ ਵੱਡੀ ਨਰਕਾਂ ਦੀ ਅੱਗ ਕੋਈ ਭਿਆਨਕ ਨਹੀਂ ਹੈ। ਕ੍ਰੋਧ ਦੀ ਅੱਗ ਵਿੱਚ ਸੜੀ ਜਾਓ, ਇਹਦੋਂ ਵੱਡੀ ਕੋਈ ਭਿਆਨਕ ਅੱਗ ਨਹੀਂ ਹੈ। ਕ੍ਰੋਧ ਤੋਂ ਵੱਡਾ ਕੋਈ ਜਮਦੂਤ ਨਹੀਂ ਹੈ। ਵਿਕਾਰਾਂ ਤੋਂ ਵੱਡੇ ਕੋਈ ਜਮਦੂਤ ਨਹੀਂ ਹੈ। ਹੰਕਾਰ ਤੋਂ ਵੱਡਾ ਕੋਈ ਜਮਦੂਤ ਨਹੀਂ ਹੈ। ਇਹ ਜਮ ਨੇ। ਜਦੋਂ ਤੁਸੀਂ ਨਾਮ ਵਿੱਚ ਸੁਰਤ ਜੋੜ ਲਓਗੇ, ਜਮ ਨੇੜ ਨਾ ਆਵੇ। ਇਹ ਔਗਣ ਨੇੜੇ ਹੀ ਨਹੀਂ ਆਉਣਗੇ। ਨਸ ਵੰਜੋ ਕਿਲ ਵੇਖੋ, ਕਰਤਾ ਕਰ ਆਇਆ, ਦੂਤਹਿ ਦਾਨ ਪਿਆ, ਗੋਬਿੰਦ ਪ੍ਰਗਟਾਇਆ। ਜਿੱਥੇ ਗੋਬਿੰਦ ਆਪ ਆ ਕੇ ਖੜਾ ਹੋ ਜਾਏਗਾ, ਇਹ ਤੇ ਜਮਦੂਤ ਉਦਾਂ ਹੀ ਡਰ ਜਾਣਗੇ। ਜਿਸ ਧਰਮਰਾਜ ਦੇ ਨਾਂ ਤੇ ਡਰਾਇਆ ਗਿਆ ਲੋਕਾਂ ਨੂੰ, ਗੁਰਬਾਣੀ ਕਹਿੰਦੇ ਉਹ ਧਰਮਰਾਜ ਤੇ ਨਾਮ ਜਪਣ ਵਾਲਿਆਂ ਦੇ ਅੱਗੇ ਹੱਥ ਜੋੜ ਕੇ ਖੜਾ ਹੋ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਬਚਨ ਹੈ, ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵਹਿ ਕੀਤੋ ਭਵਨ ਪੁਨੀਤ। ਜਿਹੜੇ ਨਾਮ ਜਪਦੇ ਨੇ, ਜਿਨ੍ਹਾਂ ਨੇ ਜ਼ਿੰਦਗੀ ਦੇ ਪਦਾਰਥ ਨੂੰ ਜਿੱਤ ਲਿਆ, ਸਫਲ ਬਣਾ ਲਿਆ ਜ਼ਿੰਦਗੀ ਨੂੰ, ਜਿਸ ਮਕਸਦ ਲਈ ਆਇਓ ਮਕਸਦ ਪ੍ਰਾਪਤ ਕਰ ਲਿਆ, ਧਰਮਰਾਜ ਤੇ ਉਹਨਾਂ ਅੱਗੇ ਹੱਥ ਜੋੜ ਕੇ ਖੜਾ ਹੋ ਜਾਂਦਾ ਹੈ ਕਿ ਤੁਸੀਂ ਤੇ ਮੇਰਾ ਘਰ ਹੀ ਪਵਿੱਤਰ ਕਰਤਾ, ਤੁਸੀਂ ਆਏ ਹੋ ਮੇਰਾ ਘਰ ਪਵਿੱਤਰ ਕਰ ਦਿੱਤਾ ਹੈ, ਜੀ ਆਇਆਂ ਨੂੰ। ਧਰਮਰਾਜ ਉਹਨਾਂ ਅੱਗੇ ਹੱਥ ਜੋੜ ਕੇ ਖੜਾ ਹੋ ਜਾਂਦਾ ਹੈ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਇੱਕ ਗੱਲ ਕਹੀ ਹੈ ਕਿ ਆ ਜਿਹੜੇ ਦੂਤ ਨਹੀਂ ਕਹੇ ਜਾਂਦੇ, ਜਮਾਂ ਦੇ ਦੂਤ, ਇਹਨਾਂ ਲਈ ਤਾਂ ਉਚੇਚੇ ਤੌਰ ਤੇ ਇੱਕ ਆਰਡਰ ਜਾਰੀ ਕੀਤਾ ਹੈ ਜਮਰਾਜ ਨੇ ਜਾਂ ਧਰਮਰਾਜ ਨੇ ਕਿ ਜਿੱਥੇ ਪ੍ਰਮਾਤਮਾ ਦੀ ਗੱਲ ਹੋਏ, ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ, ਨਾ ਤੂੰ ਨੈ ਛੁੱਟੀ ਨਿਕਟ ਨਾ ਜਾਈਓ ਦੂਤ। ਉਹ ਦੂਤੋ ਭੁੱਲ ਕੇ ਉੱਥੇ ਨਾ ਚਲਿਓ ਜੋ ਜਿਹੜਾ ਕੋਈ ਰੱਬ ਦੇ ਪਿਆਰ ਜੁੜਿਆ ਹੋਇਆ। ਤੁਸੀਂ ਚਲੇ ਗਏ, ਨਾ ਤੁਸੀਂ ਬਚੋਗੇ ਨਾ ਮੈਂ ਬਚਾਂਗਾ। ਉਹ ਤੇ ਇੰਨਾ ਡਰਦਾ ਹੈ ਕਿ ਸਤਿਗੁਰੂ ਜੀ ਕਹਿੰਦੇ ਜਨਾਏ ਸੁਣੀਏ ਸੁਚ ਸੰਜਮੋ ਜਮ ਨੇੜ ਨਾ ਆਵੇ। ਜਦੋਂ ਅਸੀਂ ਨਾਮ ਵਿੱਚ ਸੁਰਤ ਜੋੜਦੇ ਹਾਂ, ਨਾਮ ਸਾਡੀ ਜ਼ਿੰਦਗੀ ਦਾ ਆਧਾਰ ਬਣ ਜਾਂਦਾ ਹੈ। ਭਾਵ ਅਸੀਂ ਜ਼ਿੰਦਗੀ ਦੇ ਅੰਦਰ ਪਰਮਾਤਮਾ ਵਰਗੇ ਕਰਮ ਕਰਨੇ ਸ਼ੁਰੂ ਕਰ ਦਿੰਦੇ ਹਾਂ, ਉਦੋਂ ਅਸੀਂ ਸੁੱਚੇ ਹੋ ਜਾਂਦੇ ਹਾਂ, ਔਗਣਾਂ ਤੋਂ ਰਹਿਤ ਹੋ ਜਾਂਦੇ ਹਾਂ। ਉਦੋਂ ਸਾਡੀ ਜ਼ਿੰਦਗੀ 'ਚ ਸਾਡੇ ਇੰਦਰੀ ਕਾਬੂ 'ਚ ਆ ਜਾਂਦੇ ਨੇ। ਉਦੋਂ ਕੋਈ ਜਮਦੂਤ ਸਾਡੇ ਨੇੜੇ ਨਹੀਂ ਆ ਸਕਦਾ, ਕੋਈ ਦੁੱਖ ਸਾਡੇ ਨੇੜੇ ਨਹੀਂ ਆ ਸਕਦਾ। ਨਾਏ ਸੁਣੀਏ ਘਟ ਚਾਨਣਾ ਆਨੇਰ ਗਵਾਵੇ। ਭਈ ਜੇ ਅਸੀਂ ਨਾਮ ਨੂੰ ਸੁਣ ਲਵਾਂਗੇ, ਸੁਣ ਦਾ ਅਰਥ ਹੈ ਸੁਰਤ ਨੂੰ ਜੋੜਨਾ, ਇਕਾਗਰ ਕਰਨਾ। ਬਿਕਰਮਜੀਤ ਜੀ ਦੇ ਦਰਬਾਰ 'ਚ ਰਾਜਾ ਬਿਕਰਮਜੀਤ ਹੋਏ ਨੇ। ਇੱਕ ਵਿਅਕਤੀ ਆਇਆ 3 ਮੂਰਤਾਂ ਲੈ ਕੇ, ਕਹਿਣ ਲੱਗਾ ਰਾਜਨ ਆ 3 ਮੂਰਤਾਂ ਨੇ, ਤਿੰਨਾਂ ਦੀ ਕੀਮਤ ਵੱਖਰੀ ਵੱਖਰੀ ਹੈ, ਤੁਸੀਂ ਦੱਸੋ ਇਹਨਾਂ 'ਚ ਕੀ ਫਰਕ ਹੋ ਸਕਦਾ ਹੈ? ਰਾਜਾ ਕਹਿੰਦਾ ਤਿੰਨੇ ਇੱਕੋ ਜਿਹੀਆਂ ਹੀ ਨੇ, ਕੋਈ ਫਰਕ ਨਹੀਂ ਹੈ। ਕਹਿਣ ਲੱਗਾ ਨਹੀਂ, ਕੋਈ ਸਿਆਣਾ ਬੰਦਾ ਲੱਭ ਸਕਦਾ ਹੈ। ਉਹਨਾਂ ਦੇ ਦਰਬਾਰ 'ਚ ਇੱਕ ਪੰਡਤ ਜੀ ਸਿਆਣੇ ਸੀ, ਉਹ ਆ ਗਏ। ਪੰਡਤ ਜੀ ਕਹਿੰਦੇ ਮੈਂ ਦੱਸ ਸਕਦਾ। ਪੰਡਤ ਜੀ ਨੇ ਪਹਿਲੀ ਮੂਰਤ ਦੇ ਕੰਨ 'ਚ ਪਾਇਆ ਤੀਲਾ, ਉਹ ਦੂਜੇ ਬੰਨੇ ਨਿਕਲ ਗਿਆ। ਕਹਿਣ ਲੱਗਾ ਰਾਜਾ ਇਹਦੀ ਤੇ ਧੇਲਾ ਕੀਮਤ ਨਹੀਂ ਹੈ, ਨਕਮੀ ਮੂਰਤ ਹੈ, ਇਹਦੀ ਕੋਈ ਕੀਮਤ ਨਹੀਂ ਹੈ। ਦੂਜੀ ਮੂਰਤ ਦੇ ਕੰਨ 'ਚ ਪਾਇਆ, ਉਹ ਮੂੰਹ ਦੇ ਰਾਹੀਂ ਨਿਕਲ ਗਿਆ। ਕਹਿਣ ਲੱਗਾ ਇਹਦੀ ਕੁਝ ਕੀਮਤ ਪਾ ਸਕਦੇ ਹਾਂ, ਇਹਦਾ ਥੋੜਾ ਮੁੱਲ ਹੈ ਪਰ ਬਹੁਤ ਜ਼ਿਆਦਾ ਨਹੀਂ। ਤੀਸਰੀ ਦੇ ਕੰਨ 'ਚ ਤੀਲਾ ਪਾਇਆ ਤੇ ਬਾਹਰ ਹੀ ਨਹੀਂ ਆਇਆ। ਤੇ ਕਹਿਣ ਲੱਗਾ ਰਾਜਾ ਐਸ ਮੂਰਤ ਦਾ ਮੁੱਲ ਹੀ ਕੋਈ ਨਹੀਂ ਹੈ, ਇਹ ਬੇਸ਼ੁਮਾਰ ਕੀਮਤੀ ਹੈ। ਰਾਜਾ ਕਹਿਣ ਲੱਗਾ ਹੈਗੀਆਂ ਤੇ ਇੱਕੋ ਜਿਹੀਆਂ, ਤੇ ਤੀਲੇ ਦਾ ਕੀ ਅਰਥ ਹੈ? ਕਹਿਣ ਲੱਗਾ 3 ਮੂਰਤਾਂ ਸਰੋਤੇ ਦੀਆਂ ਪ੍ਰਤੀਕ ਨੇ। ਇੱਕ ਸਰੋਤਾ ਉਹ ਜਿਹੜਾ ਇਧਰੋਂ ਕੰਨ ਤੋਂ ਸੁਣਦਾ ਤੇ ਇਧਰ ਨੂੰ ਕੱਢ ਦਿੰਦਾ ਹੈ, ਉਹਦੀ ਕੋਈ ਬਹੁਤ ਕੀਮਤ ਨਹੀਂ ਹੈ। ਉਹ ਆਇਆ, ਜੋ ਸੁਣਿਆ ਕੱਢਤਾ, ਕੁਝ ਪੱਲੇ ਹੀ ਨਹੀਂ ਪਿਆ ਉਹਦੇ। ਇੱਕ ਸਰੋਤਾ ਉਹ ਹੈ ਜਿਹੜਾ ਕੰਨ ਨਹੀਂ ਸੁਣਦਾ ਤੇ ਮੂੰਹ ਰਾਹੀਂ ਕੱਢ ਦਿੰਦਾ ਹੈ। ਕੰਨ ਨਹੀਂ ਸੁਣ ਕੇ ਸਿਆਣਪਾਂ ਚਤਰਾਈਆਂ, ਫਿਰ ਮੂੰਹ ਦੇ ਰਾਹੀਂ ਲੋਕਾਂ ਨੂੰ ਗਿਆਨ ਦੇਣਾ ਸ਼ੁਰੂ ਕਰ ਦਿੰਦਾ ਹੈ। ਉਹਦੀ ਥੋੜੀ ਕੀਮਤ ਹੈ, ਉਹਨੇ ਸੁਣਿਆ, ਕੁਝ ਵਸ ਜਾਏਗਾ ਉਹਦੇ ਅੰਦਰ। ਪਰ ਤੀਜਾ ਉਹ ਹੈ ਜਿਹਨੇ ਸੁਣਿਆ ਪਰ ਉਹਦੇ ਅੰਦਰ ਹੀ ਵਸ ਗਿਆ, ਬਾਹਰ ਨਹੀਂ ਆਇਆ, ਉਹ ਮਹਾਨ ਹੈ। ਨਾਮ ਸੁਣਨ ਦਾ ਅਰਥ ਇਹ ਨਹੀਂ ਕਿ ਕੰਨਾਂ ਨਾਲ ਸੁਣਿਆ ਤੇ ਇਧਰੋਂ ਕੱਢ ਦਿੱਤਾ ਜਾਂ ਕੇਵਲ ਮੁਖ ਤੋਂ ਬੋਲ ਲਿਆ। ਨਾਮ ਸੁਣਨ ਦਾ ਅਰਥ ਹੈ ਕਿ ਵਾਹਿਗੁਰੂ ਜੀ ਦੇ ਪਿਆਰ 'ਚ ਜੁੜ ਕੇ ਉਹ ਨਾਮ ਸਾਡੀ ਸੁਰਤ ਵਿੱਚ, ਸਾਡੇ ਮਨ ਵਿੱਚ, ਕਰਮਾਂ ਵਿੱਚ, ਬਚਨਾਂ ਵਿੱਚ ਆ ਜਾਏ, ਸਾਡੇ ਇੱਕ ਇੱਕ ਬੋਲ ਤੋਂ ਪ੍ਰਗਟ ਹੋਏ ਕਿ ਰੱਬ ਦੇ ਪਿਆਰ ਵਾਲਾ ਹੈ। ਇਹ ਨਹੀਂ ਮੇਰੇ ਵਰਗਾ ਮੁਖ ਤੋਂ ਗੱਲ ਤੇ ਨਾਮ ਦੀ ਕਰੇ, ਪਰ ਉਹਦੇ ਬਚਨਾਂ ਵਿੱਚ ਕੁੜੱਤਣ ਹੋਵੇ, ਉਹਦੇ ਬਚਨਾਂ ਵਿੱਚ ਲੋਕਾਂ ਦੇ ਦਿਲ ਤੋੜਨ ਵਾਲੀਆਂ ਗੱਲਾਂ ਹੋਣ। ਕਰਮ ਦਾ ਅਰਥ ਹੈ ਕਿ ਇੱਕ ਇੱਕ ਕਰਮ ਤੋਂ ਪਤਾ ਚੱਲੇ ਦੁਨੀਆ ਕੇ ਤੇ ਬੜਾ ਬੰਦਾ ਧਰਮੀ ਹੈ,
ਕਰਮ ਪਰਉਪਕਾਰ ਵਾਲੇ ਹੋਣ, ਕਰਮ ਜਿਹੜੇ ਕਿਸੇ ਦਾ ਹੱਕ ਮਾਰਨ ਵਾਲੇ ਨਾ ਹੋਣ, ਕਰਮ ਕਿਸੇ ਦਾ ਦਿਲ ਦਿਖਾਉਣ ਵਾਲੇ ਨਾ ਹੋਣ। ਇਹਨੂੰ ਕਹਿੰਦੇ ਮਨ ਤੇ ਕਰਮ, ਬਚਨ ਤੇ ਕਰਮ। ਫਿਰ ਮਨ ਕਰਕੇ ਅਰਥ ਹੈ ਕਿ ਹਰ ਵੇਲੇ ਮਨ ਵਾਹਿਗੁਰੂ ਜੀ ਦੇ ਪਿਆਰ 'ਚ ਜੁੜਿਆ ਰਹੇ। ਸਤਿਗੁਰੂ ਜੀ ਕਹਿੰਦੇ ਜਦੋਂ ਇਦਾਂ ਅਸੀਂ ਵਾਹਿਗੁਰੂ ਜੀ ਦੇ ਨਾਮ ਜੁੜ ਜਾਵਾਂਗੇ, ਘਟ ਚਾਨਣਾ, ਉਦੋਂ ਸਾਡੇ ਅੰਦਰ ਪ੍ਰਗਾਸ ਹੋ ਜਾਏਗਾ, ਚਾਨਣ ਹੋ ਜਾਏਗਾ। ਅੰਦਰ ਚਾਨਣ ਦੀ ਲੋੜ ਹੈ, ਬਾਹਰ ਤੇ ਚੰਨ ਬਹੁਤ ਬਣਾਇਆ ਰੱਬ ਨੇ, ਹੋਰ ਜਿੰਨਾ ਮਰਜ਼ੀ ਹੋ ਜਾਏ। ਗੁਰੂ ਕੀ ਬਾਣੀ ਕਹਿੰਦੀ ਜੇ 100 ਚੰਦਾ ਉਗਵਹਿ ਸੂਰ ਚੜੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਬਾਹਰ ਭਾਵੇਂ ਹੋਰ 1000 ਸੂਰਜ ਪ੍ਰਕਾਸ਼ਮਨ ਹੋ ਜਾਣ, ਹੋਰ ਸੈਂਕੜੇ ਚੰਦਰਮਾ ਪ੍ਰਕਾਸ਼ਮਨ ਹੋ ਜਾਣ, ਹੋਰ ਜਿੰਨਾ ਮਰਜ਼ੀ ਮਨੁੱਖ ਯਤਨ ਕਰ ਲੇ ਚਾਨਣ ਕਰਨ ਦਾ, ਪਰ ਮਨੁੱਖ ਦੇ ਮਨ 'ਚ ਤਾਂ ਹਨੇਰਾ ਹੀ ਹੈ ਨਾ। ਅੱਜ ਮਨੁੱਖ ਦੇ ਕੋਲ ਚਾਨਣ ਕਰਨ ਦੇ ਸਾਧਨਾਂ ਦੀ ਕਮੀ ਕੋਈ ਨਹੀਂ ਹੈ। ਰਾਤ ਨੂੰ ਦਿਨ 'ਚ ਬਦਲ ਦਿੱਤਾ ਹੈ ਮਨੁੱਖ ਨੇ, ਇੰਨਾ ਚਾਨਣ ਕਰ ਲਿਆ। ਲੇਕਿਨ ਮਨੁੱਖ ਫਿਰ ਜ਼ਿਆਦਾ ਘੋਰ ਹਨੇਰੇ 'ਚ ਤੁਰਿਆ ਜਾ ਰਿਹਾ, ਆਪਣੀ ਜ਼ਿੰਦਗੀ ਦੇ ਪ੍ਰਤੀ ਹਨੇਰੇ 'ਚ ਹੈ, ਸਮਾਜ ਦੇ ਪ੍ਰਤੀ ਹਨੇਰੇ 'ਚ ਹੈ, ਆਪਣੀ ਜ਼ਿੰਮੇਵਾਰੀਆਂ ਦੇ ਵੱਲੋਂ ਮਨੁੱਖ ਅਵੇਸਲਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਅਸੀਂ ਨਾਮ ਵਿੱਚ ਸੁਰਤ ਜੋੜਾਂਗੇ, ਸਾਡੇ ਅੰਦਰ ਚਾਨਣ ਹੋਏਗਾ, ਸਾਨੂੰ ਸੋਝੀ ਹੋਏਗੀ ਕਿ ਅਸੀਂ ਕੀ ਲੈਣ ਲਈ ਆਏ ਹਾਂ, ਜ਼ਿੰਦਗੀ ਦਾ ਮਕਸਦ ਕੀ ਹੈ, ਅੱਜ ਤੱਕ ਕੀਤਾ ਕੀ ਹੈ, ਅਸੀਂ ਕਰਨਾ ਕੀ ਹੈ ਜ਼ਿੰਦਗੀ ਦੇ ਅੰਦਰ। ਇਹ ਹੈ ਚਾਨਣ, ਅੰਦਰੋਂ ਸੋਝੀ ਹੋ ਜਾਣੀ। ਕਈ ਵਾਰ ਅਸੀਂ ਕੋਈ ਕੰਮ ਕਰਦੇ ਹਾਂ, ਬੜੀ ਮਿਹਨਤ ਵੀ ਕਰਦੇ ਹਾਂ, ਬੜਾ ਟਾਈਮ ਲਗਾਉਂਦੇ ਹਾਂ, ਬੜੇ ਪੈਸੇ ਵੀ ਖਰਚਦੇ ਹਾਂ, ਕਾਮਯਾਬੀ ਨਹੀਂ ਮਿਲਦੀ। ਕੋਈ ਸਿਆਣਾ ਬੰਦਾ, ਕੋਈ ਹਮਦਰਦ ਬੰਦਾ ਸਾਨੂੰ ਆ ਕੇ ਦੱਸ ਦਿੰਦਾ ਵੀ ਇਹ ਤਰੀਕਾ ਕੰਮ ਕਰਨ ਦਾ, ਇਸ ਤਰੀਕੇ ਨਾਲ ਤੇਰਾ ਕੰਮ ਹੋ ਜਾਏਗਾ। ਤੇ ਅਸੀਂ ਪਤਾ ਫਿਰ ਕੀ ਕਹਿੰਦੇ, ਅਸੀਂ ਤੇ ਹਨੇਰੇ 'ਚ ਹੀ ਟੱਕਰਾਂ ਮਾਰਦੇ ਰਹੇ। ਹਨੇਰੇ ਦਾ ਅਰਥ ਹੈ ਅਗਿਆਨਤਾ। ਸਾਡੇ ਅੰਦਰ ਜਿਹੜੀ ਅਗਿਆਨਤਾ ਹੈ ਉਹ ਹਨੇਰਾ ਹੈ। ਜਿਉਂ-ਜਿਉਂ ਅਸੀਂ ਪਰਮਾਤਮਾ ਦੇ ਪਿਆਰ ਜੁੜਾਂਗੇ, ਅੰਦਰ ਵਿਵੇਕ ਮਤ ਆਏਗੀ, ਅੰਦਰ ਸਾਡੇ ਅਨੁਭਵ ਆਏਗਾ। ਦੇਖੋ ਕਈ ਵਾਰਾਂ ਬਹੁਤ ਔਖੇ ਕੰਮ ਜਿਹੜੇ ਨੇ, ਅੰਦਰੋਂ ਹੀ ਕੋਈ ਖਿਆਲ ਪਰਮਾਤਮਾ ਦਿੰਦਾ ਤੇ ਝੱਟ ਸੌਖੇ ਹੋ ਜਾਂਦੇ ਨੇ ਅੰਦਰੋਂ ਹੀ। ਇਸ ਕਰਕੇ ਉਹ ਜਿਹੜਾ ਅੰਦਰ ਦਾ ਪ੍ਰਗਾਸ ਹੈ ਨਾ, ਉਹਦੇ ਤੋਂ ਬਿਨਾਂ ਅਸੀਂ ਜ਼ਿੰਦਗੀ ਅੰਦਰ ਸੁਖੀ ਨਹੀਂ ਹੋ ਸਕਦੇ। ਇਹ ਤੇ ਹੁਦਾਰੀਆਂ ਨੇ, ਕਿਤਾਬਾਂ ਦਾ ਗਿਆਨ ਹੁਦਾਰਾ ਹੈ, ਦੂਸਰਿਆਂ ਦਾ ਲਿਆ ਹੋਇਆ ਹੈ। ਜੋ ਕੁਝ ਅਸੀਂ ਕਰਦੇ ਹਾਂ ਉਹ ਅਸੀਂ ਦੂਸਰਿਆਂ ਦੀਆਂ ਚੀਜ਼ਾਂ ਵਰਤੀ ਚਲੇ ਜਾਂਦੇ ਹਾਂ। ਜਦੋਂ ਅਸੀਂ ਆਪਣੇ ਅਨੁਭਵ ਤੇ ਚੱਲਾਂਗੇ। ਇੱਕ ਮਹਾਤਮਾ ਜੀ ਨੂੰ ਉਸ ਦੇ ਸੇਵਕ ਨੇ ਪੁੱਛਿਆ, ਮਹਾਤਮਾ ਜੀ ਦੁਨੀਆ ਕਾਹਦੇ ਸਿਰ ਤੇ ਚੱਲਦੀ ਹੈ? ਕਹਿੰਦਾ ਸੂਰਜ ਚਲਾ ਰਿਹਾ ਦੁਨੀਆ ਨੂੰ। ਕਹਿੰਦੇ ਜੇ ਸੂਰਜ ਨਾ ਹੋਏ, ਕਿ ਮੇਰੇ ਚੰਦਰਮਾ ਦੇ ਆਸਰੇ ਵੀ ਤੁਰੀ ਫਿਰਦੀ ਦੁਨੀਆ। ਜੇ ਚੰਦਰਮਾ ਨਾ ਹੋਏ, ਕਹਿੰਦਾ ਅੱਗ ਦੇ ਆਸਰੇ ਵੀ ਚੱਲਦੀ ਹੈ ਦੁਨੀਆ, ਅੱਗ ਬਾਲ ਕੇ ਵੀ ਕੰਮ ਸਰ ਜਾਂਦਾ ਹੈ। ਕਹਿੰਦਾ ਅੱਗ ਵੀ ਨਾ ਹੋਏ, ਫਿਰ ਕਹਿੰਦਾ ਸ਼ਬਦ ਦੇ ਨਾਲ ਗੱਲ ਬਣ ਜਾਂਦੀ ਹੈ, ਸ਼ਬਦ ਬੋਲ ਕੇ ਵੀ ਆਪਾਂ ਕੰਮ ਚਲਾ ਲੈਂਦੇ ਹਾਂ, ਦੱਸ ਦਿੰਦੇ ਹਾਂ। ਕਹਿੰਦਾ ਸ਼ਬਦ ਵੀ ਨਾ ਹੋਏ, ਅੱਗ ਵੀ ਨਾ ਹੋਏ, ਸੂਰਜ ਨਾ ਹੋਵੇ, ਚੰਦਰਮਾ ਨਾ ਹੋਵੇ, ਫਿਰ ਦੁਨੀਆ ਕਿਵੇਂ ਚੱਲੇਗੀ? ਕਹਿੰਦਾ ਫਿਰ ਅੰਦਰੋਂ ਇੱਕ ਅਨੁਭਵ ਆਉਂਦਾ ਹੈ, ਉਹ ਅਨੁਭਵ ਨਾਲ ਮਨੁੱਖ ਚੱਲਦਾ ਹੈ। ਅਨੁਭਵ, ਜਿਹਨੂੰ ਅਨੁਭਵ ਪ੍ਰਕਾਸ਼ ਕਿਹਾ ਜਾਂਦਾ ਹੈ। ਦੇਖੋ ਜਦੋਂ ਅਸੀਂ ਜ਼ਿੰਦਗੀ ਦੇ ਅੰਦਰ ਪਰਮਾਤਮਾ ਦੇ ਪਿਆਰ ਜੁੜਾਂਗੇ, ਉਦੋਂ ਸਾਡੇ ਅੰਦਰ ਉਹ ਆਤਮ ਗਿਆਨ ਆਏਗਾ, ਸਾਡੇ ਅੰਦਰ ਉਹ ਅਨੁਭਵ ਪ੍ਰਕਾਸ਼ ਆਏਗਾ। ਸਾਨੂੰ ਸਾਡੀ ਜ਼ਿੰਦਗੀ ਦਾ, ਸਾਨੂੰ ਉਸ ਪਰਮਾਤਮਾ ਦੇ ਗੁਣਾਂ ਦਾ, ਸਾਨੂੰ ਇਸ ਸ੍ਰਿਸ਼ਟੀ ਦੀ ਮਹਾਨਤਾ ਦਾ ਪਤਾ ਫਿਰ ਲੱਗੇਗਾ। ਨਹੀਂ ਤੇ ਸਾਡੀ ਹਾਲਤ ਤਾਂ ਖੂਹ ਦੇ ਡੱਡੂ ਵਾਲੀ ਹੈ। ਗੁਰਬਾਣੀ ਨੇ ਕਿਹਾ ਅਸੀਂ ਤੇ ਇੰਨੇ ਖੂਹ 'ਚ ਡਿੱਗੇ ਪਏ ਹਾਂ। ਖੂਹ ਦਾ ਡੱਡੂ ਜਿਹੜਾ ਹੈ ਨਾ, ਉਹਨੂੰ ਖੂਹ ਤੋਂ ਬਿਨਾਂ ਹੋਰ ਕੁਝ ਨਹੀਂ ਨਜ਼ਰ ਆਉਂਦਾ। ਉਹ ਖੂਹ ਦਾ ਹੀ ਗਿਆਨ ਰੱਖਦਾ ਹੈ, ਆਲੇ ਦੁਆਲੇ ਦਾ ਕੋਈ ਪਤਾ ਨਹੀਂ ਹੈ। ਮਨੁੱਖ ਵੀ ਇਹਨਾਂ ਕੋ ਮੋਹ ਮਾਇਆ 'ਚ ਡਿੱਗ ਜਾਂਦਾ ਹੈ। ਉਹਨੂੰ ਆਪਣੀ ਤੋਂ ਬਿਨਾਂ, ਪਰਿਵਾਰ ਤੋਂ ਬਿਨਾਂ, ਆਪਣੇ ਕੰਮ ਤੋਂ ਬਿਨਾਂ, ਆਪਣੇ ਸਵਾਰਥ ਤੋਂ ਬਿਨਾਂ ਕੁਝ ਨਹੀਂ ਨਜ਼ਰ ਆਉਂਦਾ। ਔਰ ਇਸੇ ਕਰਕੇ ਕਿਹਾ ਨਾ, ਜਦੋਂ ਮਾਇਆ ਦਾ ਪ੍ਰਭਾਵ ਪੈ ਜੇ, ਮਨੁੱਖ ਅੰਨਾ ਵੀ ਹੋ ਜਾਂਦਾ ਹੈ, ਬੋੜਾ ਵੀ ਹੋ ਜਾਂਦਾ ਹੈ। ਉਹ ਕਿਸੇ ਦੀ ਕੋਈ ਗਿਆਨ ਦੀ ਗੱਲ ਸੁਣ ਲਈ ਤਿਆਰ ਨਹੀਂ ਹੈ, ਉਹ ਆਪਣੇ ਤੱਕ ਹੀ ਸੀਮਤ ਹੈ। ਉਹ ਕਿਸੇ ਦੇ ਦੁੱਖ ਨੂੰ ਦੇਖ ਕੇ ਉਹਦੇ ਮਨ 'ਚ ਕੋਈ ਤਰਸ ਨਹੀਂ ਹੁੰਦਾ, ਉਹ ਆਪਣੇ ਤੱਕ ਸੀਮਤ। ਦੁਨੀਆ ਮਰਦੀ ਮਰੀ ਜਾਏ, ਉਹਦੀ ਆਪਣੀ ਰਾਜਗੱਦੀ ਕਾਇਮ ਰਹਿਣੀ ਚਾਹੀਦੀ, ਉਹਦਾ ਆਪਣਾ ਸਵਾਰਥ ਕਾਇਮ ਰਹਿਣਾ ਚਾਹੀਦਾ। ਇਹ ਹੈ ਅੰਨੇ ਖੂਹ 'ਚ ਡਿੱਗਣਾ। ਪਰ ਸਤਿਗੁਰੂ ਜੀ ਕਹਿੰਦੇ ਜਿਉਂ-ਜਿਉਂ ਤੁਸੀਂ ਪਰਮਾਤਮਾ ਦੇ ਪਿਆਰ ਵਿੱਚ ਜੁੜੋਗੇ, ਨਾਏ ਸੁਣੀਏ ਘਟ ਚਾਨਣਾ ਹਨੇਰ ਗਵਾਵੇ। ਜਿਉਂ-ਜਿਉਂ ਪਰਮਾਤਮਾ ਦੇ ਪਿਆਰ ਜੁੜੋਗੇ, ਤੁਹਾਡੇ ਅੰਦਰ ਚਾਨਣ ਹੋਏਗਾ, ਪ੍ਰਗਾਸ ਹੋਏਗਾ, ਸੋਝੀ ਹੋਏਗੀ, ਅਨੁਭਵ ਹੋਏਗਾ, ਅੰਦਰੋਂ ਹਨੇਰਾ ਮਿਟ ਜਾਏਗਾ। ਨਾਏ ਸੁਣੀਏ ਆਪ ਬੁੱਝੀਐ ਲਾਹਾ ਨਾਉ ਪਾਵੇ। ਜੇ ਅਸੀਂ ਨਾਮ ਵਿੱਚ ਸੁਰਤ ਜੋੜਾਂਗੇ, ਸਾਨੂੰ ਆਪਣੇ ਆਪ ਦਾ ਪਤਾ ਲੱਗੇਗਾ। ਹੈਰਾਨੀ ਦੀ ਗੱਲ ਹੈ, ਮਨੁੱਖ ਕਹਿੰਦਾ ਜੀ ਮੈਨੂੰ ਬਹੁਤ ਗਿਆਨ ਹੈ,
मेरे को बड़ा नॉलेज है, मेरे को बड़ी इंफॉर्मेशन है। मनुख दे कोल अज टैक्नोलॉजी का युग है, इंफॉर्मेशन टैक्नोलॉजी का। मनुख कहता झट इंटरनेट तो मैं सब कुछ लभ लवांगा, बैठा टीवी तो पता लग जाएगा, फोन करके पता कर लवांगा। ये मनुख सारी दुनिया का भार इकट्ठा करी बैठा है। कारण है कि मनुख दियां लत्तां च जान ना होवे ते मनुख सिर ते भार चुक ले बहुता, तो फिर की होएगा? वो भार च दबिया ही जाएगा ना। मनुख दे कोल अपना ज्ञान नहीं जिहदे सिर ते इहने चलना सी, अपना ज्ञान नहीं ते भार दुनिया दा चुकी फिरदा। यही ते कारण इहदे दुखां दा। दुनिया दा नहीं कहंदा जी मैं ते इन्ने होर ग्रह लभ ले, जे कर लिया वो कर लिया, किन्ना भार चुकी फिरदा बंदा। हालांकि अज तक कोई परमात्मा की इस सृष्टि का अंत नहीं पा सकिया, ना पा सकेगा। मनुख का अधिकार है अगे वधना जी, सदके वधे, पर मनुख नूं अपना तो ज्ञान होना चाहिए ना कि मेरी अपनी पाया की है, मेरी अपनी हस्ती की है, मेरी जिंदगी का मकसद की है, मेरी जिंदगी का मनोरथ की है। गुरबाणी ने कहा सी बंदिया, मन तू जोत स्वरूप है, अपना मूल पछाण। वो अपने आप नूं जान। अगला बचन के आप पछाणे तां सौ जाने। जे तू अपने आप नूं पछाण लेगा तो रब नूं भी जान लेगा। जे तू अपने आप नूं नहीं जानेगा तो रब नूं बिल्कुल नहीं जानेगा। रब की यह सृष्टि बड़ी महान है। भाई गुरदास जी का एक बचन है, रचन चरित्र चित्र विचित्रपन, अंतर ही अंतर में अनेक में एक में अनेक है। कि परमात्मा की ये जिहड़ी रचना है ना, ये बड़ी विचित्र है, बड़ी अद्भुत है। इत्थे एक एक विच परमात्मा ने अनेकता रखी है, एक एक चीज विच अनेकता रखी है। ते भाई साहब जी ने बाकी सारी रचना तो पहला मनुख दे शरीर की रचना की गल की। बाकी दुनिया ते बेअंत है। कहते मनुख का शरीर जिहड़ा है ना, ये भी बड़ा अद्भुत है। इको ही शरीर च रब ने देखो कितनियां चीज़ां रखतियां। अखां देखदियां ने, कन सुणदे ने, नासकां सुगंधी दा साह लैण दा कम करदी है, रसना बोलण दा कम करदी है, रसना रस लैण दा कम करदी है, पैर तुरन दा कम करदे ने, इको ही शरीर च। पर कहंदे विचित्र गल यह है, अखां नूं कन्नां दा कोई ज्ञान नहीं है, कन्नां नूं जिहड़ा ना नक दा कोई ज्ञान नहीं है, नक नूं अखां दा कोई ज्ञान नहीं है। एक एक शरीर च रहिंदियां दूजे बारे पता ही कोई नहीं है। यही विचित्रपन है परमात्मा की रचना का। मनुख नूं अजे तक अपने इस शरीर का पता नहीं है, शरीर का अंत नहीं पा सकिया, ते मनुख कहंदा मैं ते रब की रचना का अंत पाउणा है। सतगुरु साहिब जी कहंदे ने कि जदों बंदा वाहिगुरु जी के प्यार में जुड़ेगा, नाए सुनिए आप बुझिए, मनुख नूं अपने आप का पता लगेगा कि मैं कौन हाँ। मनुख कितना महान है, मनुख नूं अपनी वैल्यू का नहीं पता। जां तां मनुख दुनिया च खचत होके अपनी वैल्यू नूं भुल गया, को अज्ञानता करके भुल गया। लेकिन ज्यों ज्यों मनुख परमात्मा दे प्यार जुड़दा है, बाबा कबीर साहब जी कहंदे उदों इहनूं पता लगदा है, कहो कबीर हम राम की अंश, असीं ते रब दी संतान हाँ। मनुख दे अंदरों जिहड़ी हीन भावना है ना, जिहड़ी भरी हुई कि मैं बड़ा माड़ा हाँ, मैं बड़ा गरीब हाँ, मैं बड़ा पापी हाँ, मैं बड़ा बुरा हाँ, यह हीन भावना खत्म हो जाती। ज्यों ज्यों मनुख परमात्मा दे प्यार जुड़दा है, चानण हुंदा है, जिवें साडे घर च चानण हो जाए ना, तो घर दे बारे सानूं पता लग जाता है कि घर च की कुछ है। ज्यों ज्यों साडे अंदर चानण हुंदा है, तो तो सानूं पता लगता है कि असीं ते अंदरों रत्नां नाल भरे होए हैं। मत विच रतन जवाहर माणक, वो फिर जिहड़ा साडे अंदर भुखा नहीं है, जां आपां जिहड़े भिखारी जी बन के फिर रहे हैं कि शायद असीं बड़े गरीब रहे हैं। गुरबाणी कहंदी जगत भिखारी फिरता है, सारी दुनिया भिखारी बन के तुरी फिरदी, को निक्का भिखारी, को वड्डा भिखारी, को बाहर भिखारी, को अंदर भिखारी, है तो भिखारी आपां सारे। पर जदों मनुख नूं पता लगदा है, अंदर चानण हुंदा है, फिर मनुख नूं पता लगदा है कि मैं रब दी संतान हाँ, मेरे किन्ने खजाने भरे पे ने, मैं किन्ना महान हाँ। पर कदों पता लगेगा? जदों मनुख परमात्मा दे प्यार जुड़ेगा, ਉਹਦੇ अंदर एक स्वैमान पैदा होएगा। स्वैमान धर्म मनुख के अंदर स्वैमान पैदा करता है, धर्म मनुख नूं भिखारी नहीं बनाउंदा। वैसे ज्यादातर धर्म नूं भिखारी बनाउण ते ही वरतिया गया, लोकां नूं भिखारी बना दिओ, फलाणे थां चल जाओ यह चीज़ मिल जाएगी, इन्ने थां इन्ने दिन चल जाओ यह चीज़ मिल जाएगी, इन्ने पाठ कर लो यह चीज़ मिल जाएगी। मनुख तुरिया फिरदा बेचारा, क्योंकि ज्ञान नहीं मनुख नूं। ज्यों ज्यों मनुख परमात्मा दे प्यार विच जुड़ेगा,
ਮਨੁੱਖ ਨੂੰ ਪਤਾ ਲੱਗੇਗਾ ਕਿ ਮੈਂ ਧਰਤੀ ਦਾ ਰਾਜਾ ਹਾਂ, ਮੈਂ ਧਰਤੀ ਦਾ ਮਾਲਕ ਹਾਂ। ਹੁਣ ਜਦੋਂ ਪਤਾ ਲੱਗੇ ਕਿ ਮੈਂ ਧਰਤੀ ਦਾ ਮਾਲਕ ਹਾਂ, ਦੇਖੋ ਨੇ ਇੱਕ ਹੁੰਦਾ ਪ੍ਰਿੰਸੀਪਲ ਸਕੂਲ 'ਚ, ਇੱਕ ਹੁੰਦਾ ਚਪੜਾਸੀ। ਹੁਣ ਪ੍ਰਿੰਸੀਪਲ ਦਾ ਫਿਰਨ ਤੁਰਨ ਦਾ, ਸੋਚਣ ਦਾ, ਉੱਥੇ ਕੰਮ ਕਰਨ ਦਾ ਤਰੀਕਾ ਤੇ ਚਪੜਾਸੀ ਦਾ ਕਿੰਨਾ ਫਰਕ ਹੈ। ਪ੍ਰਿੰਸੀਪਲ ਨੂੰ ਪਤਾ ਕਿ ਸਾਰੀ ਜ਼ਿੰਮੇਵਾਰੀ ਮੇਰੀ ਹੈ ਸਕੂਲ ਵਿੱਚ, ਬੱਚਿਆਂ ਦੀ ਸੇਫਟੀ, ਬੱਚਿਆਂ ਦੀ ਪੜ੍ਹਾਈ, ਹੋਰ ਟੀਚਰ ਜਿਹੜੇ ਨੇ ਉਹਨਾਂ ਦਾ ਖਿਆਲ ਰੱਖਣਾ, ਸਕੂਲ ਦੀ ਬਿਲਡਿੰਗ ਦਾ ਖਿਆਲ ਰੱਖਣਾ। ਪ੍ਰਿੰਸੀਪਲ ਦੀ ਕਿੰਨੀ ਵੱਡੀ ਜ਼ਿੰਮੇਵਾਰੀ ਹੈ। ਜਿੰਨਾ ਵੱਡਾ ਰੁਤਬਾ ਉਨੀ ਵੱਡੀ ਜ਼ਿੰਮੇਵਾਰੀ, ਪਰ ਉਹਦੇ ਮੁਕਾਬਲੇ ਤੇ ਕੋਈ ਜਿਹੜਾ ਛੋਟਾ ਜਿਹਾ ਵਰਕਰ ਉਹ ਥੋੜਾ ਏਡੀ ਵੱਡੀ ਸਿਰਦਰਦੀ ਲੈ ਕੇ ਮੇਰਾ ਥੋੜਾ ਕੰਮ ਹੈ। ਜਿੰਨਾ ਮਨੁੱਖ ਗਿਆਨਵਾਨ ਹੋਏਗਾ ਕਿ ਮੇਰਾ ਰੁਤਬਾ ਕਿੱਡਾ ਵੱਡਾ ਹੈ, ਉਹਨਾਂ ਮਨੁੱਖ ਜ਼ਿੰਮੇਵਾਰ ਹੁੰਦਾ ਜਾਏਗਾ। ਉਹ ਸਮਝੇਗਾ ਸਾਰੀ ਦੁਨੀਆ ਮੇਰਾ ਪਰਿਵਾਰ ਹੈ, ਮੇਰਾ ਕੋਈ ਇੱਕ ਥੋੜਾ ਪਰਿਵਾਰ ਹੈ। ਉਹ ਫਿਰ ਕਹੇਗਾ ਨਾ ਕੋ ਵੈਰੀ ਨਹੀਂ ਬਿਗਾਨਾ ਸਗਲ ਸੰਗ ਹਮ ਕੋ ਬਨਾਈ, ਏਕ ਪਿਤਾ ਏਕ ਸਕੇ ਹਮ ਬਾਰਿਕ। ਇੱਕੋ ਹੀ ਪ੍ਰਮਾਤਮਾ ਦੇ ਅਸੀਂ ਬੱਚੇ ਹਾਂ। ਉਹ ਤੇ ਸਮੁੱਚੀ ਮਾਨਵਤਾ ਨੂੰ ਆਪਣਾ ਭਾਈਚਾਰਾ ਸਮਝੇਗਾ, ਆਪਣਾ ਪਰਿਵਾਰ ਸਮਝੇਗਾ, ਆਪਣੇ ਭੈਣ ਭਰਾ ਸਮਝੇਗਾ। ਪਰ ਕਦੋਂ? ਜਦੋਂ ਨਾਮ ਨਾਲ ਜੁੜੇਗਾ। ਤੇ ਜੇ ਨਾਮ ਨਾਲ ਨਹੀਂ ਜੁੜਿਆ, ਕਿਸੇ ਧਰਮ ਸਥਾਨ ਤੇ ਇਕੱਲੀ ਮੇਰੇ ਵਰਗੇ ਦੀ ਗੱਲ ਸੁਣ ਲਈ, ਉਹ ਬਾਹਰ ਜਾ ਕੇ ਕਿਸੇ ਦਾ ਸਿਰ ਪਾੜ ਦੇਗਾ, ਅਸੀਂ ਐ ਹੁੰਦੇ ਤੁਸੀਂ ਉਹ ਹੁੰਦੇ ਹੋ। ਇਹੀ ਕੁਝ ਹੋ ਰਿਹਾ ਧਰਮ ਦੀ ਦੁਨੀਆ 'ਚ। ਧਰਮ ਦੇ ਨਾਂ ਤੇ ਲੜਾਈਆਂ, ਧਰਮ ਦੇ ਨਾਂ ਤੇ ਦੰਗੇ, ਧਰਮ ਦੇ ਨਾਂ ਤੇ ਨਫ਼ਰਤ, ਧਰਮ ਦੇ ਨਾਂ ਤੇ ਈਰਖਾ, ਇਹ ਅਗਿਆਨੀ ਲੋਕਾਂ ਵੱਲੋਂ ਪ੍ਰਚਾਰੀ ਜਾਂਦੀ ਹੈ। ਧਰਮ ਪਿਆਰ ਦਿੰਦਾ ਹੈ, ਧਰਮ ਸਮੁੱਚੀ ਮਾਨਵਤਾ ਦੇ ਨਾਲ ਸਾਡੀ ਸਾਂਝ ਬਣਾਉਂਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਦੋਂ ਨਾਮ ਨਾਲ ਜੁੜਾਂਗੇ ਸਾਨੂੰ ਆਪਣੇ ਆਪ ਦਾ ਪਤਾ ਲੱਗੇਗਾ, ਆਪਣੀ ਹਸਤੀ ਦਾ ਪਤਾ ਲੱਗੇਗਾ, ਆਪਣੀ ਵੈਲਿਊ ਦਾ ਪਤਾ ਲੱਗੇਗਾ, ਆਪਣੀ ਪੋਸਿਬਿਲਿਟੀ ਦਾ ਪਤਾ ਲੱਗੇਗਾ ਕਿ ਸਾਡੀ ਕੀ ਸਮਰੱਥਾ ਹੈ। ਅਸੀਂ ਕੋਈ ਮਾਮੂਲੀ ਨਹੀਂ ਆ ਧਰਤੀ ਤੇ ਆਏ ਹੋਏ, ਐਵੇਂ ਚੰਦ ਦਮੜਿਆਂ ਦੀ ਖਾਤਰ ਅਸੀਂ ਧੱਕੇ ਖਾਣ ਲਈ ਨਹੀਂ ਆਏ। ਇਸ ਕਰਕੇ ਲਾਹਾ ਨਾਉ ਪਾਵੈ, ਫਿਰ ਮਨੁੱਖ ਆਪਣੀ ਜ਼ਿੰਦਗੀ ਅੰਦਰ ਨਾਮ ਨੂੰ ਹੀ ਲਾਹਾ ਗਿਣੇਗਾ, ਪਰਮਾਤਮਾ ਦੇ ਨਾਮ ਨੂੰ। ਨਾਮ ਦਾ ਅਰਥ ਇਹ ਨਹੀਂ ਕਿ ਕੰਮ ਕਰ ਛੱਡ ਦੇਵੇਗਾ, ਕੰਮ ਕਰਦਿਆਂ ਵੀ ਤੇ ਨਾਮ ਜਪਿਆ ਜਾ ਸਕਦਾ ਹੈ। ਜਦੋਂ ਤੁਸੀਂ ਆਪਣੀ ਸੱਚੀ ਸੁੱਚੀ ਕਿਰਤ ਕਰਦੇ ਹੋ, ਜਦੋਂ ਤੁਸੀਂ ਆਪਣੀ ਸੱਚੀ ਸੁੱਚੀ ਕਿਰਤ ਦੇ ਨਾਲ ਕਿਸੇ ਦੁਖੀ ਦੀ ਮਦਦ ਕਰਦੇ ਹੋ, ਇਹਦੋਂ ਵੱਡਾ ਨਾਮ ਜਪਣਾ ਕੀ ਹੋ ਸਕਦਾ ਹੈ। ਇਹ ਵੀ ਤਾਂ ਨਾਮ ਜਪਣਾ ਹੀ ਹੈ। ਇੱਕ ਵਿਹਲਾ ਬੰਦਾ ਮੇਰੇ ਵਰਗਾ ਮਾਲਾ ਫੜ ਕੇ ਬੈਠਾ ਰਹੇ ਤੇ ਮੰਗ ਕੇ ਰੋਟੀ ਖਾਏ, ਉਹਦੇ ਨਾਲ ਤਾਂ ਤੁਸੀਂ 100 ਗੁਣਾ ਚੰਗੇ ਹੋ। ਜਦੋਂ ਤੁਸੀਂ ਆਪਣੀ ਨੇਕ ਕਿਰਤ, ਧਰਮ ਦੀ ਕਿਰਤ ਕਰਕੇ ਕਿਸੇ ਭੁੱਖੇ ਦਾ ਢਿੱਡ ਭਰਦੇ ਹੋ, ਤੁਸੀਂ ਉਸ ਵਿਹਲੜ ਨਾਲੋਂ 100 ਗੁਣਾ ਚੰਗੇ ਹੋ। ਕਦੀ ਆਪਣੇ ਆਪ ਇਹ ਨਾ ਸੋਚਿਆ ਕਰੋ ਕਿ ਅਸੀਂ ਨਾਮ ਨਹੀਂ ਜਪ ਸਕਦੇ, ਕਿੱਧਰ ਜਾਈਏ। ਨਾਮ ਜਪਣ ਲਈ ਘਰ ਨਹੀਂ ਛੱਡਣ ਦੀ ਲੋੜ, ਨਾਮ ਜਪਣ ਲਈ ਪਰਿਵਾਰ ਛੱਡਣ ਦੀ ਲੋੜ ਨਹੀਂ ਹੈ, ਨਾਮ ਜਪਣ ਲਈ ਕੰਮ ਛੱਡਣ ਦੀ ਲੋੜ ਨਹੀਂ ਹੈ। ਸਾਨੂੰ ਤੇ ਸਾਡੇ ਸਤਿਗੁਰੂ ਜੀ ਨੇ ਤਰੀਕਾ ਹੀ ਬੜਾ ਵਧੀਆ ਦਿੱਤਾ, ਨਾਮ ਹੀ ਜਪਣਾ ਹੈ ਨਾ। ਘਰ ਨੂੰ ਦੇਖ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰ ਦੋ ਕਿ ਵਾਹਿਗੁਰੂ ਤੇਰਾ ਸ਼ੁਕਰ ਇੰਨਾ ਵਧੀਆ ਘਰ ਦਿੱਤਾ, ਇਹ ਵੀ ਤੇ ਨਾਮ ਜਪਣਾ ਹੀ ਹੈ। ਕੰਮ ਤੇ ਜਾਂਦੇ ਆ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰ ਦੋ, ਵਾਹਿਗੁਰੂ ਏਡਾ ਵੱਡਾ ਕੰਮ ਤੁਸੀਂ ਮੈਨੂੰ ਦਿੱਤਾ, ਇਹ ਵੀ ਤੇ ਸ਼ੁਕਰਾਨਾ ਹੈ। ਔਰ ਇਹਨੂੰ ਹੀ ਸ਼ੁਕਰਾਨਾ, ਇਹਨੂੰ ਹੀ ਨਾਮ ਜਪਣਾ ਕਿਹਾ ਜਾਂਦਾ ਹੈ ਕਿ ਰੱਬ ਦੀਆਂ ਦਿੱਤੀਆਂ ਦਾਤਾਂ ਨੂੰ ਵਰਤਦੇ ਆ, ਉਹਦਾ ਧੰਨਵਾਦ ਕਰਨਾ, ਉਹਦੇ ਪਿਆਰ ਜੁੜਨਾ, ਉਹਦੇ ਸ਼ੁਕਰਾਨੇ ਜੁੜਨਾ। ਸਤਿਗੁਰੂ ਜੀ ਕਹਿੰਦੇ ਫਿਰ ਬੰਦਾ ਨਾ ਨਾਮ ਜਪਣ ਦਾ ਲਾਹਾ ਹੀ ਪ੍ਰਾਪਤ ਕਰਦਾ। ਜਦੋਂ ਨੂੰ ਆਪਣੇ ਆਪ ਦੀ ਸੋਝੀ ਹੋ ਜਾਂਦੀ ਹੈ, ਫਿਰ ਉਹ ਇਹ ਨਹੀਂ ਕਹਿੰਦਾ ਕਿ ਪੈਸੇ ਇਕੱਠੇ ਕਰਨਾ ਹੀ ਲਾਹਾ ਹੈ। ਉਹ ਸੋਚਦਾ ਕਿ ਜ਼ਿੰਦਗੀ ਅੰਦਰ ਪ੍ਰਮਾਤਮਾ ਦੇ ਪਿਆਰ 'ਚ ਜੁੜਨ ਦਾ ਮੌਕਾ ਮਿਲੇ ਕਿਸੇ ਤਰੀਕੇ ਨਾਲ ਵੀ, ਇਹੀ ਜ਼ਿੰਦਗੀ ਦਾ ਲਾਹਾ ਹੈ। ਨਾਏ ਸੁਣੀਏ ਪਾਪ ਕੱਟੀਐ ਹੈ, ਨਿਰਮਲ ਸੱਚ ਪਾਵੈ। ਜਦੋਂ ਸਾਡੀ ਸੁਰਤ ਨਾਮ ਨਾਲ ਜੁੜਦੀ ਹੈ, ਉਦੋਂ ਸਾਡੇ ਅੰਦਰੋਂ ਪਾਪਾਂ ਦੀ ਮੈਲ ਮਿਟਦੀ। ਪਾਪ ਕੀ ਹੈ? ਝੂਠ ਬੋਲਣਾ ਪਾਪ ਹੈ, ਈਰਖਾ ਕਰਨਾ ਪਾਪ ਹੈ, ਨਿੰਦਾ ਕਰਨਾ ਪਾਪ ਹੈ, ਚੋਰੀ ਕਰਨਾ ਪਾਪ ਹੈ, ਬੇਈਮਾਨੀ ਕਰਨਾ ਪਾਪ, ਇਹ ਹੈ ਪਾਪ। ਸਾਡੇ ਅੰਦਰ ਤੇ ਉਹ ਮੈਲ ਭਰੀ ਪਈ ਹੈ। ਬਾਹਰੋਂ ਮੈਂ ਰੋਜ਼ ਪਾਠ ਕਰਦਾ ਹਾਂ, ਬਾਹਰੋਂ ਮੈਂ ਰੋਜ਼ ਧਰਮ ਸਥਾਨ ਤੇ ਆਉਂਦਾ ਹਾਂ, ਪਰ ਮੇਰੀ ਕਿਰਤ ਜਿਹੜੀ ਹੈ ਉਹ ਦੂਜਿਆਂ ਦਾ ਹੱਕ ਮਾਰਨ ਵਾਲੀ ਹੈ। ਮੈਂ ਕੰਮ ਕਰਦਿਆਂ ਲੋਕਾਂ ਦਾ ਦਿਲ ਵੀ ਦਿਖਾਉਂਦਾ ਹਾਂ। ਇਸ ਕਰਕੇ ਪਾਪ ਕੱਟੇ ਜਾਣ ਦਾ ਅਰਥ ਹੈ ਕਿ ਸਾਡੀ ਸੁਰਤ ਵਿੱਚੋਂ ਆ ਔਗਣਾਂ ਦੀ ਮੈਲ ਹੀ ਮਿਟ ਜਾਂਦੀ ਹੈ। ਫਿਰ ਮਨੁੱਖ ਕਿਰਤ ਕਰਦਿਆਂ ਕਿਸੇ ਦਾ ਦਿਲ ਨਹੀਂ ਦਿਖਾਉਂਦਾ, ਫਿਰ ਕਿਸੇ ਦਾ ਉਹ ਹੱਕ ਨਹੀਂ ਮਾਰਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਨਾਏ ਸੁਣੀਏ ਪਾਪ ਕੱਟੀ ਹੈ। ਜਿਉਂ-ਜਿਉਂ ਮਨੁੱਖ ਦੀ ਸੁਰਤ ਨਾਮ ਨਾਲ ਜੁੜਦੀ ਹੈ, ਉਹਦੇ ਅੰਦਰੋਂ ਪਾਪਾਂ ਦੀ ਮੈਲ ਹੀ ਮਿਟਦੀ ਚਲੀ ਜਾਂਦੀ ਹੈ। ਨਿਰਮਲ ਸੱਚ ਪਾਵੈ, ਫਿਰ ਕੀ ਹੁੰਦਾ ਹੈ? ਅੰਦਰੋਂ ਨਿਰਮਲ ਹੋ ਜਾਂਦਾ ਹੈ ਮਨੁੱਖ। ਜਦੋਂ ਅੰਦਰੋਂ ਨਿਰਮਲ ਹੋ ਜਾਂਦਾ ਹੈ, ਸੱਚ ਉਹਦੇ ਅੰਦਰ ਹੀ ਵਸ ਜਾਂਦਾ ਹੈ। ਸੱਚ ਜਿਸ ਨੂੰ ਪ੍ਰਾਪਤ ਕਰਨ ਲਈ ਅਸੀਂ ਆਏ ਹਾਂ। ਸੱਚ ਤੋਂ ਬਿਨਾਂ ਹੋਰ ਜੋ ਕੁਝ ਵੀ ਹੈ ਸਭ ਕੂੜ ਹੈ। ਗੁਰਬਾਣੀ ਇਹ ਗੱਲ ਕਹਿੰਦੀ, ਉਹ ਸੱਚ ਜਿਹਦੀ ਗੱਲ ਕੀਤੀ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਉਹ ਸੱਚ ਸਾਡੇ ਅੰਦਰ ਹੀ ਟਿਕ ਜਾਂਦਾ ਹੈ। ਉਹ ਸੱਚ ਲੱਭਣ ਲਈ ਬਾਹਰ ਨਹੀਂ ਜਾਣਾ ਪੈਂਦਾ।
ਫਿਰ ਸਾਡੇ ਬਚਨਾਂ 'ਚ ਸੱਚ, ਸਾਡੇ ਕਰਮਾਂ 'ਚ ਸੱਚ, ਸਾਡੀ ਦ੍ਰਿਸ਼ਟੀ ਸੱਚ, ਸਾਡੇ ਬੋਲਾਂ 'ਚ ਸੱਚ ਆ ਜਾਂਦਾ ਹੈ। ਇਸ ਕਰਕੇ ਸਾਹਿਬ ਜੀ ਕਹਿੰਦੇ ਕਦੋਂ? ਜਦੋਂ ਸੁਰਤ ਸਾਡੀ ਨਾਮ ਨਾਲ ਜੁੜ ਜਾਂਦੀ ਹੈ। ਨਾਨਕ ਨਾਏ ਸੁਣੀਐ ਮੁਖ ਉਜਲੈ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਹੈ ਭਾਈ, ਜਦੋਂ ਅਸੀਂ ਨਾਮ ਸੁਣਦੇ ਨਾ ਮਨੁੱਖ ਦਾ ਮੁਖ ਉਜਲ ਹੋ ਜਾਂਦਾ ਹੈ। ਮੁਖ ਤੇ ਬੜਾ ਅਸਰ ਪੈਂਦਾ ਹੈ। ਜੋ ਅਸੀਂ ਸੁਣਾਂਗੇ, ਜੋ ਸਾਡੇ ਅੰਦਰ ਹੋਏਗਾ, ਉਹਦੇ ਨਾਲ ਹੀ ਸਾਡਾ ਪ੍ਰਭਾਵ ਲੋਕਾਂ ਤੇ ਪੈਣਾ ਹੈ। ਇੱਕ ਬਚਨ ਇਹ ਵੀ ਕਿਹਾ ਗੁਰਬਾਣੀ ਨੇ, ਤਿਨਾ ਮੁਖ ਡਰਾਵਣੇ ਜਿਨੀ ਵਿਸਾਰਿਓ ਨਾਉ, ਐਥੇ ਦੁੱਖ ਘਨੇਰਿਆਂ ਅੱਗੇ ਠੌਰ ਨਾ ਠਾਉ। ਜਿਨ੍ਹਾਂ ਨੇ ਨਾਮ ਭੁਲਾ ਦਿੱਤਾ ਉਹਨਾਂ ਦੇ ਮੂੰਹ ਡਰਾਉਣੇ ਹੁੰਦੇ ਨੇ। ਔਰ ਇੱਕ ਥਾਂ ਤੇ ਸਤਿਗੁਰੂ ਜੀ ਨੇ ਵੀ ਕਿਹਾ ਕਿ ਉਹਨਾਂ ਦੇ ਮੂੰਹ ਤੇ ਕਾਲਖ ਹੀ ਮਲੀ ਹੁੰਦੀ ਹੈ। ਕਾਲਖ ਦਾ ਅਰਥ ਹੈ ਕਿ ਉਹਨਾਂ ਦੇ ਮੂੰਹ ਤੇ ਕੋਈ ਚਾਹ ਨਹੀਂ ਹੁੰਦਾ, ਕੋਈ ਉਹਨਾਂ ਨੂੰ ਸਤਿਕਾਰ ਨਹੀਂ ਦਿੰਦਾ। ਸਤਿਗੁਰੂ ਜੀ ਕਹਿੰਦੇ ਜਦੋਂ ਨਾਮ ਨਾਲ ਜੁੜਾਂਗੇ ਸਾਡੇ ਮੁਖ ਉਜਲੇ ਹੋਣਗੇ। ਉਜਲੇ ਦਾ ਅਰਥ ਇਹ ਹੈ, ਅਸੀਂ ਜੋ ਕੰਮ ਕਰਾਂਗੇ ਨਾ ਉਹਦੇ ਨਾਲ ਲੋਕਾਂ 'ਚ ਸਾਡੀ ਸ਼ੋਭਾ ਬਣੇਗੀ। ਹੁਣ ਨਾਮ ਜਪਣ ਵਾਲਾ ਪਰਉਪਕਾਰ ਕਰੇਗਾ, ਲੋਕਾਂ 'ਚ ਉਹਦੀ ਸ਼ੋਭਾ ਬਣੇਗੀ। ਸੱਚਾ ਮਾਰਗ ਚੱਲਦਿਆਂ ਉਸਤਤ ਕਰੈ ਜਹਾਨ। ਸਾਰੀ ਦੁਨੀਆ ਸੱਚ ਦੇ ਮਾਰਗ ਤੇ ਚੱਲਣ ਵਾਲੇ ਦੀ ਕੀਰਤੀ ਕਰਦੀ ਹੈ, ਵਡਿਆਈ ਕਰਦੀ ਹੈ, ਉਹਦਾ ਮੁਖ ਉਜਲਾ ਹੁੰਦਾ ਹੈ। ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਨਾਉ ਗੁਰਮੁਖ ਤੇ ਆਵੈ। ਇਸ ਕਰਕੇ ਭਾਈ ਗੁਰੂ ਦੀ ਮੱਤ ਰਾਹੀਂ ਅਸੀਂ ਵਾਹਿਗੁਰੂ ਜੀ ਦਾ ਨਾਮ ਸਿਮਰੀਏ। ਜਿਹੜੇ ਸਿਮਰਦੇ ਨੇ ਉਹਨਾਂ ਦੇ ਮੁਖ ਉਜਲੇ ਹੋ ਜਾਂਦੇ। ਜਿਹੜੇ ਸਿਮਰਦੇ ਨੇ ਉਹਨਾਂ ਦੇ ਅੰਦਰ ਸੱਚ ਟਿਕ ਜਾਂਦਾ ਹੈ। ਜਿਹੜੇ ਸਿਮਰਦੇ ਨੇ ਉਹਨਾਂ ਦੇ ਅੰਦਰੋਂ ਪਾਪ ਕੱਟੇ ਜਾਂਦੇ ਨੇ। ਜਿਹੜੇ ਸਿਮਰਦੇ ਨੇ ਉਹ ਜ਼ਿੰਦਗੀ ਵਿੱਚ ਲਾਹਾ ਪ੍ਰਾਪਤ ਕਰ ਲੈਂਦੇ ਨੇ। ਜਿਹੜੇ ਗੁਰੂ ਰਾਹੀਂ ਨਾਮ ਨੂੰ ਚੇਤੇ ਕਰਦੇ ਨੇ ਉਹਨਾਂ ਨੂੰ ਆਪਣੇ ਆਪ ਦਾ ਪਤਾ ਲੱਗ ਜਾਂਦਾ ਕਿ ਅਸੀਂ ਕੀ ਆ, ਕੀ ਲੈਣ ਲਈ ਆਏ ਆ। ਜਿਹੜੇ ਸਿਮਰਦੇ ਨੇ ਉਹਨਾਂ ਦੇ ਅੰਦਰੋਂ ਹਨੇਰ ਮਿਟ ਜਾਂਦਾ ਹੈ। ਜਿਹੜੇ ਸਿਮਰਦੇ ਨੇ ਉਹਨਾਂ ਦੇ ਅੰਦਰ ਚਾਨਣ ਹੋ ਜਾਂਦਾ ਹੈ। ਜਿਹੜੇ ਸਿਮਰਦੇ ਨੇ ਸਤਿਗੁਰੂ ਜੀ ਕਹਿੰਦੇ ਜਾਮ ਉਹਨਾਂ ਦੇ ਨੇੜੇ ਹੀ ਨਹੀਂ ਆ ਸਕਦੇ। ਉਹ ਅੰਦਰੋਂ ਸੱਚ ਤੇ ਸੰਜਮ ਦੇ ਧਾਰਨੀ ਬਣ ਜਾਂਦੇ ਨੇ ਜਿਹੜੇ ਵਾਹਿਗੁਰੂ ਜੀ ਦੇ ਨਾਮ ਵਿੱਚ ਸੁਰ ਜੋੜਦੇ ਨੇ। ਗੁਰੂ ਰਾਮਦਾਸ ਜੀ ਮਹਾਰਾਜ ਨੇ ਤਕਰੀਬਨ 5-6 ਪੌੜੀਆਂ ਦੇ ਅੰਦਰ ਨਾਮ ਦੀ ਵਡਿਆਈ ਕਰਕੇ ਸਾਨੂੰ ਨਾਮ ਵਿੱਚ ਸੁਰਤ ਜੋੜਨ ਦੀ ਪ੍ਰੇਰਣਾ ਕੀਤੀ ਹੈ। ਗੁਰਬਾਣੀ ਇਹ ਗੱਲ ਕਹਿੰਦੀ ਹੈ, ਜ਼ਿੰਦਗੀ ਅੰਦਰ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜਾਂਗੇ ਸਾਰੇ ਸੁੱਖ ਨੇ। ਨਹੀਂ ਤੇ ਜਿੱਧਰ ਨਜ਼ਰ ਮਾਰੋ ਹਰ ਬੰਦਾ ਦੁੱਖਾਂ ਵਿੱਚ ਭਰਿਆ ਪਿਆ ਹੈ, ਦੁੱਖਾਂ ਵਿੱਚ ਜੰਮਦਾ ਹੈ, ਦੁੱਖਾਂ 'ਚ ਹੀ ਮਰ ਜਾਂਦਾ ਹੈ, ਦੁੱਖਾਂ ਦੀਆਂ ਪੰਡਾਂ ਇਕੱਠੀਆਂ ਕਰੀ ਚਲਿਆ ਜਾਂਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਚਨ ਕਿ ਜਾਓ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ। ਭਾਈ ਜੇ ਸੁਖ ਚਾਹੁੰਦੇ ਤੇ ਵਾਹਿਗੁਰੂ ਜੀ ਦੀ ਸ਼ਰਨ ਭਾਵ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ ਦੇਣੀ ਜੀਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮੂਹ ਸੰਗਤਾਂ ਨੂੰ ਆਪਣੇ ਦਰੋਂ ਘਰੋਂ ਨਾਮ ਬਾਣੀ ਦਾ ਪਿਆਰ ਬਖਸ਼ ਕੇ ਕਰਤਾਰਥ ਕਰਨ ਜੀ। ਚਰਨ ਕਮਲਾਂ ਦੀ ਪ੍ਰੀਤ ਬਖਸ਼ਣ। ਪਿਆਰ ਸਤ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ